ਕੀ ਇੱਕ ਵਿਸ਼ਵ ਸਰਕਾਰ ਆ ਰਹੀ ਹੈ? ਕੀ ਇਹ ਉਹ ਚੀਜ਼ ਹੈ ਜੋ ਪਰਮੇਸ਼ਵਰ ਸਾਡੇ ਸੰਸਾਰ ਲਈ ਚਾਹੇਗਾ? ਕੀ ਤੁਹਾਨੂੰ ਇਸ ਸ਼ਕਤੀ ਤੋਂ ਡਰਨ ਦੀ ਲੋੜ ਹੈ? ਹੁਣ ਤੁਸੀਂ ਕੀ ਕਰ ਸਕਦੇ ਹੋ ਤਾਂ ਜੋ ਤੁਸੀਂ ਆਉਣ ਵਾਲੇ ਸਮੇਂ ਲਈ ਤਿਆਰ ਹੋ ਸਕੋ? ਮੈਂ ਅੱਗੇ ਇਹਨਾਂ ਦੇ ਜਵਾਬ ਤੁਹਾਡੇ ਨਾਲ ਸਾਂਝਾ ਕਰਾਂਗੀ। ਮੇਰਾ ਨਾਮ ਹੈ ਕੈਮੀ ਓਟਮਨ ਅਤੇ ਅਸੀਂ ਦੇਖ ਰਹੇ ਹਾਂ ਬਾਈਬਲ ਦੀ ਭਵਿੱਖਬਾਣੀ ਨੂੰ ਅਨਲੌਕ ਕਰਨਾ। ਅੰਤਰਰਾਸ਼ਟਰੀ ਪੱਧਰ ਤੇ ਮਹਾਮਾਰੀ ਦਾ ਫੈਲਣਾ, ਕਰੋਨਾ ਵਾਇਰਸ ਤੇ ਬ੍ਰੇਕਿੰਗ ਨਿਊਜ਼, ਗਲੋਬਲ ਰਾਜਨੀਤੀ ਤੇ ਹੇਰ-ਫੇਰ, ਕੁਪ੍ਰਬੰਧਨ ਤੇ ਭ੍ਰਸ਼ਟਾਚਾਰ, ਕੁਦਰਤੀ ਆਫਤਾਵਾਂ ਤੇ ਤੇਜ਼ੀ ਨਾਲ ਵਧਣਾ, ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ, ਦੁਨੀਆ ਭਰ ਵਿੱਚ ਇਹਨਾਂ ਦਾ ਚੇਤਾਵਨੀ। ਇਸ ਦਾ ਕੀ ਮਤਲਬ ਹੈ? ਇਸ ਦਾ ਕੀ ਭਵਿੱਖ ਹੈ? ਅੰਤਰਰਾਸ਼ਟਰੀ ਵਕਤਾ ਕੈਮੀ ਨਿਊਮਨ ਨਾਲ ਜੁੜੀ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ ਆਪਣੇ ਸੰਸਾਰ ਭਰ ਦੀ ਯਾਤਰਾਵਾਂ ਦੇ ਦੌਰਾਨ ਜ਼ਿੰਦਗੀ ਦੇ ਸੱਚੇ ਸੰਘਰਸ਼ ਦਾ ਸਾਹਮਣਾ ਕੀਤਾ, ਪਰ ਇਹਨਾਂ ਦੇ ਵਿਚਕਾਰ ਉਮੀਦਾਂ ਦੇ ਚਮਤਕਾਰ ਨੂੰ ਖੋਜਿਆ। ਜੁੜੇ ਅੰਤਰਰਾਸ਼ਟਰੀ ਵਕਤਾ ਕੈਮੀ ਨਿਊਮਨ ਨਾਲ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ, ਜਿਸ ਵਿੱਚ ਉਹ ਦੱਸਦੇ ਹਨ ਕਿਸ ਤਰ੍ਹਾਂ ਬਾਈਬਲ ਦੇ ਭਵਿੱਖਬਾਣੀਆਂ ਬੀਤੇ ਸਮੇਂ ਤੋਂ ਛੇਤੀ ਪੂਰੀਆਂ ਹੋ ਰਹੀਆਂ ਹਨ। ਬਾਈਬਲ ਦੀ ਭਵਿੱਖਬਾਣੀ ਨੂੰ ਅਨਲੌਕ ਕਰਨ ਵਿੱਚ ਵਾਪਸ ਤੁਹਾਡਾ ਸਵਾਗਤ ਹੈ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਇਹ ਪ੍ਰੋਗਰਾਮ ਤੁਹਾਡੇ ਲਈ ਵਰਦਾਨ ਰਹੇ ਅਤੇ ਇਹ ਕਿ ਤੁਹਾਡੇ ਕੋਲ ਇੱਕ ਵਧੇਰੀ ਸਪਸ਼ਟ ਸਮਝ ਹੋਵੇ ਤੁਹਾਡੇ ਜੀਵਨ ਵਿੱਚ ਪਰਮੇਸ਼ਵਰ ਦੀ ਯੋਜਨਾ ਬਾਰੇ। ਯਾਦ ਰੱਖੋ, ਤੁਸੀਂ ਸਾਰੇ ਪਿਛਲੇ ਐਪੀਸੋਡ ਲੱਭ ਸਕਦੇ ਹੋ awr.org/bible ਤੇ। ਸਾਡਾ ਟੀਚਾ ਤੁਹਾਨੂੰ ਸਰੋਤ ਪ੍ਰਦਾਨ ਕਰਾਉਣਾ ਹੈ ਆਪਣੇ ਅਧਿਆਤਮਿਕ ਵਿਕਾਸ ਨੂੰ ਜਾਰੀ ਰੱਖਣ ਦੇ ਲਈ। ਸਾਡੇ ਕੋਲ ਆਨਲਾਈਨ ਬਾਈਬਲ ਦੇ ਸਿੱਖਿਅਕ ਹਨ। ਜੇ ਤੁਹਾਡੇ ਕੋਲ ਕੋਈ ਸਵਾਲ ਹਨ ਤਾਂ ਉਹ ਇਸ ਸਮੇਂ ਉਪਲਬਧ ਹਨ। ਨਾਲ ਹੀ ਜੇ ਤੁਸੀਂ ਸਾਨੂੰ ਚਾਹੁੰਦੇ ਹੋ ਕਿ ਤੁਹਾਡੇ ਕੋਲ ਹੋ ਸਕਦੀਆਂ ਹਨ ਕਿਸੇ ਵੀ ਲੋੜਾਂ ਵਾਸਤੇ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰੀਏ, ਸਾਡੇ ਨਾਲ ਕੰਟੈਕਟ ਕਰੋ। ਤੁਸੀਂ ਹੇਠ ਲਿੰਕ ਦੇ ਉੱਤੇ ਕਲਿੱਕ ਕਰੋ। ਕੀ ਪਰਮੇਸ਼ਵਰ ਹੈਰਾਨ ਕਰਨ ਵਾਲਾ ਨਹੀਂ ਹੈ? ਕੱਲ ਅਸੀਂ ਸਿੱਖਿਆ ਸੀ ਕਿ ਸਾਨੂੰ ਲੋੜ ਨਹੀਂ ਹੈ ਜਾਨਵਰ ਦੇ ਨਿਸ਼ਾਨ ਤੋਂ ਡਰਨ ਦੀ, ਅਤੇ ਨਿਸ਼ਚਿਤ ਤੌਰ ਤੇ ਇਸ ਨੂੰ ਪ੍ਰਾਪਤ ਕਰਨ ਦੀ ਤਾਂ ਬਿਲਕੁਲ ਲੋੜ ਨਹੀਂ ਹੈ। ਅਸਲ ਵਿੱਚ ਪਰਮੇਸ਼ਵਰ ਇਸ ਸਮੇਂ ਆਪਣੇ ਲੋਕਾਂ ਨੂੰ ਤਿਆਰ ਕਰ ਰਿਹਾ ਹੈ। ਪਵਿੱਤਰ ਆਤਮਾ ਇਸ ਲਈ ਅਸੀਂ ਅੰਤ ਦੇ ਦਿਨਾਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਤੁਸੀਂ ਉਸ ਮੋਹਰ ਨੂੰ ਇਸ ਰਾਹੀਂ ਪ੍ਰਾਪਤ ਕਰ ਸਕਦੇ ਹੋ। ਇੱਕ ਪਵਿੱਤਰ ਆਤਮਾ ਨੇ ਉਸ ਨੂੰ ਪ੍ਰਾਰਥਨਾ ਕਰਨ ਲਈ ਪ੍ਰੇਰਿਆ। ਅੱਜ ਅਸੀਂ ਆਪਣਾ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ ਅੰਤ ਵਿੱਚ ਹੋਣ ਵਾਲੀਆਂ ਘਟਨਾਵਾਂ ਅਤੇ ਇੱਕ ਸ਼ਾਨਦਾਰ ਭਵਿੱਖਬਾਣੀ ਨੂੰ ਸਾਹਮਣੇ ਆਉਂਦੇ ਹੋਏ ਵੇਖਣ ਦੇ ਲਈ। ਰੱਬ ਅਪੋਸਲ ਜਾਨ ਰਾਹੀਂ ਕਿਤਾਬ ਵਿੱਚ ਸਾਡੇ ਭਵਿੱਖ ਵਿੱਚ ਇੱਕ ਸਮੇਂ ਦੀ ਭਵਿੱਖਬਾਣੀ ਕਰਦਾ ਹੈ ਜਿੱਥੇ ਚਰਚ ਅਤੇ ਰਾਜ ਵਿੱਚ ਇੱਕ ਵਾਰ ਫਿਰ ਉਹ ਮਿਲਣਗੇ। ਕੀ ਇਹ ਪਹਿਲੇ ਵਾਂਗ ਹੀ ਸ਼ੁਰੂ ਹੋ ਗਿਆ ਹੈ? ਕੀ ਤੁਸੀਂ ਉਸ ਸਮੇਂ ਵਿੱਚ ਦਾਖਲ ਹੋਣ ਵਾਲੇ ਹੋ? ਜਵਾਬਾਂ ਵਾਸਤੇ ਮੇਰੇ ਨਾਲ ਇਸ ਮਹੱਤਵਪੂਰਨ ਸਵਾਲਾਂ ਦੇ ਜਵਾਬਾਂ ਦੇ ਲਈ ਤੁਸੀਂ ਮੇਰੇ ਨਾਲ ਬਣੇ ਰਹੋ। ਆਓ ਹੁਣ ਪ੍ਰਾਰਥਨਾ ਕਰੀਏ ਅਤੇ ਆਪਣੇ ਅਧਿਐਨ ਨੂੰ ਸ਼ੁਰੂ ਕਰੀਏ, ਜਿਸ ਦਾ ਨਾਮ ਹੈ ਦ ਹਾਰਡ ਲੌਟ। ਸਵਰਗ ਪਿਤਾ ਪ੍ਰਭੂ, ਮੈਂ ਆਪਣੇ ਆਪ ਤੋਂ ਖਾਲੀ ਕਰਦੀ ਹਾਂ ਅਤੇ ਮੈਨੂੰ ਆਪਣੇ ਪਵਿੱਤਰ ਆਤਮਾ ਨਾਲ ਭਰ ਦਿਓ। ਮੇਰੇ ਬੁੱਲਾਂ ਨੂੰ ਕੇਵਲ ਤੁਹਾਡੇ ਵਚਨਾਂ ਨਾਲ ਹੀ ਭਰੋ ਤਾਂ ਕਿ ਮੈਂ ਤੁਹਾਡੇ ਬਰਤਨ ਸਮਾਨ ਬਣ ਸਕਾਂ ਅਤੇ ਸਪਸ਼ਟ ਰੂਪ ਵਿੱਚ ਇੱਕ ਸੁਨੇਹਾ ਦੇਣ ਦੇ ਲਈ ਇਸ ਪੀੜ੍ਹੀ ਨੂੰ, ਜੋ ਕਿ ਇਸ ਲਈ ਬਹੁਤ ਮਹੱਤਵਪੂਰਨ ਹੈ, ਤਿਆਰ ਹੋਵਾਂ। ਹੁਣ ਮੇਰੇ ਨਾਲ ਰਹੋ ਰੱਬ ਅਤੇ ਮੇਰੇ ਰਾਹੀਂ ਬੋਲੋ, ਯਿਸੂ ਦੇ ਕੀਮਤੀ ਨਾਮ ਦੇ ਵਿੱਚ, ਆਮੀਨ। ਤਨਜ਼ਾਨੀਆ ਵਿੱਚ ਇੱਕ ਪਾਦਰੀ ਮੈਂਬਰਾਂ ਨੂੰ ਉਤਸ਼ਾਹਿਤ ਕਰਦਾ ਹੈ ਇੱਕ ਈਸਾਈ ਰੇਡੀਓ ਪ੍ਰੋਗਰਾਮ ਨੂੰ ਇੱਕ ਗਵਾਹ ਔਜ਼ਾਰ ਵਜੋਂ ਵਰਤਣਾ, ਆਪਣੇ ਦੋਸਤ ਅਤੇ ਪਰਿਵਾਰ ਨਾਲ ਸੰਦੇਸ਼ ਸਾਂਝੇ ਕਰਨ ਦੇ ਲਈ। ਮਾਮੇ ਨੇ ਇਸ ਦਿਲ ਵਿੱਚ ਲੈ ਲਿਆ ਅਤੇ ਆਪਣਾ ਛੋਟਾ ਰੇਡੀਓ ਲਗਾ ਕੇ ਚਲਾਉਣਾ ਸ਼ੁਰੂ ਕਰ ਦਿੱਤਾ, ਜਿੱਥੇ ਕਿ ਉਹ ਗਈ ਉਸਦੇ ਨਾਲ। ਹੁਣ ਮਾਮਾ ਮੀਆਂ ਕੋਲ ਸ਼ਹਿਰ ਦੀ ਬਾੜ ਦੇ ਕੋਲ ਇੱਕ ਬਾਗ ਸੀ। ਰੋਜ਼ਾਨਾ ਜਦੋਂ ਉਹ ਆਪਣੇ ਪੌਦਿਆਂ ਤੇ ਸਬਜ਼ੀਆਂ ਦੀ ਦੇਖਭਾਲ ਕਰਦੀ ਸੀ, ਉਹ ਆਪਣੇ ਰੇਡੀਓ ਤੇ ਬੈਠ ਕੇ ਉਸ ਦੀ ਆਵਾਜ਼ ਨੂੰ ਸੁਣਦੀ ਸੀ। ਨੇੜੇ ਦੀ ਬਾੜ ਦੇ ਅੰਦਰ ਮਾਲਕ ਨੇ ਸੁਣਨਾ ਤੇ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਹ ਇਸ ਚੀਜ਼ ਤੋਂ ਬਹੁਤ ਉਲਝ ਗਈ ਸੀ ਤੇ ਉਸਨੇ ਜੋ ਸੁਣਿਆ ਕਿ ਬਗੀਚੇ ਵਿੱਚ ਰੇਡੀਓ ਤੋਂ ਜੋ ਆ ਰਿਹਾ ਸੀ, ਉਸਨੇ ਆਪਣੇ ਰੇਡੀਓ ਦੇ ਇੱਕ ਚੈਨਲ ਲੱਭਣ ਦਾ ਫੈਸਲਾ ਕੀਤਾ ਤਾਂ ਜੋ ਉਹ ਇਸ ਤੋਂ ਬਿਹਤਰ ਤਰੀਕੇ ਨਾਲ ਸੁਣ ਸਕੇ। ਆਪਣੇ ਗਾਹਕਾਂ ਦੀ ਸੇਵਾ ਕਰਦੇ ਸਮੇਂ ਉਸਦੇ ਉਪਦੇਸ਼ਾਂ ਨੂੰ ਧਿਆਨ ਨਾਲ ਸੁਣੇ, ਜਿਵੇਂ ਕਿ ਬਾਈਬਲ ਦੀ ਭਵਿੱਖਬਾਣੀ ਨੂੰ ਅਨਲੌਕ ਕਰਨਾ। ਛੇਤੀ ਹੀ ਉਹ ਸਿਰਫ ਸੁਣ ਹੀ ਨਹੀਂ ਰਹੀ ਸੀ, ਸ਼ਰਾਬੀ ਜੋ ਰੋਜ਼ਾਨਾ ਸ਼ੁਰੂ ਆਉਂਦਾ ਹੈ ਸੁਣਨ ਅਤੇ ਸਵਾਲ ਪੁੱਛਣ ਲੱਗ ਪਏ। ਅੰਤ ਵਿੱਚ ਸਾਰੇ ਇਕੱਠੇ ਮਿਲਣ ਲਈ ਸਹਿਮਤ ਹੋ ਗਏ ਅਤੇ ਪੀਣ ਦੀ ਬਜਾਏ ਰੇਡੀਓ ਨੂੰ ਸੁਣਨ ਲੱਗੇ। ਮਾਲਕ ਅਤੇ ਉਸਦੇ ਗਾਹਕ ਮਿਲੇ। ਬਾਰ ਵਿੱਚ ਉਹਨਾਂ ਦੀਆਂ ਬਾਈਬਲਾਂ ਅਤੇ ਰੇਡੀਓ ਹਨ। ਐਡਵੈਂਟਿਸਟ ਦੇ ਵਿਸ਼ਵ ਰੇਡੀਓ ਪ੍ਰੋਗਰਾਮ ਵਜੋਂ ਪੇਸ਼ ਕੀਤੇ ਗਏ ਬਾਈਬਲ ਆਧਾਰਿਤ ਸੁਨੇਹੇ ਆਦਮੀਆਂ ਨੇ ਕੀਮਤੀ ਸੱਚਾਈਆਂ ਦੀ ਖੋਜ ਕੀਤੀ, ਉਹਨਾਂ ਨੇ ਜੋ ਪਹਿਲਾਂ ਕਦੇ ਨਹੀਂ ਸੀ ਸੁਣਿਆ। 20 ਦਿਨਾਂ ਦੀ ਲੜੀ ਦੇ ਅੰਤ ਮਾਲਕ ਨੇ ਆਪਣੀ ਪ੍ਰਭੂ ਨੂੰ ਜਾਨ ਸਮਰਪਿਤ ਕਰਨ ਦਾ ਫੈਸਲਾ ਕੀਤਾ। ਯਿਸੂ ਨੂੰ ਅਤੇ ਉਸਦੇ 20 ਗਾਹਕਾਂ ਦੇ ਨਾਲ ਉਸਨੇ ਵੀ ਬਪਤਿਸਮਾ ਲਿਆ। ਇਹ ਦਿਨ ਬਹੁਤ ਹੀ ਖੁਸ਼ੀ ਦਾ ਦਿਨ ਸੀ। ਬਪਤਿਸਮੇ ਤੋਂ ਬਾਅਦ ਇੱਕ ਨਵੀਂ ਛੋਟੀ ਜਿਹੀ ਸੰਗਤ ਨੇ ਫੈਸਲਾ ਕੀਤਾ ਤਾਂ ਜੋ ਬਾਰ ਨੂੰ ਕਿਸੇ ਆਰਾਧਨਾ ਸਥਾਨ ਵਿੱਚ ਬਦਲ ਦਿੱਤਾ ਜਾਵੇ। ਉਹ ਹਰ ਸਬਾਬ ਨੂੰ ਇਕੱਠੇ ਹੁੰਦੇ ਸਨ ਤਾਂ ਜੋ ਬਾਈਬਲ ਦਾ ਅਧਿਐਨ ਕੀਤਾ ਜਾਵੇ। ਮਾਮੇ ਅਕਸਰ ਉਹਨਾਂ ਨਾਲ ਖੁਸ਼ੀ ਨਾਲ ਭਰੇ ਦਿਲ ਨਾਲ ਜੁੜਦੀ ਸੀ, ਕਿਉਂਕਿ ਰੱਬ ਉਸਦੇ ਰਾਹੀਂ ਹੀ ਕੀ ਕਰ ਰਿਹਾ ਸੀ। ਇਹ ਕਿ ਉਸ ਤੋਂ ਸੁਸਮਾਚਾਰ ਦੀ ਸ਼ਕਤੀ ਦਾ ਕਮਾਲ ਦਾ ਸਬੂਤ ਨਹੀਂ ਹੈ।
ਹੁਣ ਇੱਕ ਆਕੜਪਨ ਅਤੇ ਸ਼ਰਾਬ ਪੀਣ ਦਾ ਸਥਾਨ ਹੈ। ਸਾਡੇ ਰਚਨਾਕਾਰ ਦੀ ਪ੍ਰਸ਼ੰਸਾ ਅਤੇ ਆਰਾਧਨਾ ਦਾ ਸਥਾਨ ਬਣ ਗਿਆ। ਇਹਨਾਂ ਲੋਕਾਂ ਨੇ ਸੱਚ ਸੁਣਿਆ, ਆਪਣੀ ਬਾਈਬਲ ਵਿੱਚ ਪੁਸ਼ਟੀ ਕੀਤੀ ਅਤੇ ਇਸ ਦੀ ਪਾਲਣਾ ਕਰਨ ਲਈ ਵਚਨਬੱਧ ਹੋਏ। ਕੀ ਇੰਨਾ ਆਸਾਨ ਹੋ ਸਕਦਾ ਹੈ? ਪ੍ਰਕਾਸ਼ਨ ਦੀ ਪੁਸਤਕ ਵਿੱਚ ਧਰਮ ਦੀਆਂ ਦੋ ਪ੍ਰਣਾਲੀਆਂ ਦਾ ਵਰਣਨ ਕੀਤਾ ਗਿਆ ਹੈ। ਇੱਕ ਪੂਜਾ ਦੇ ਦੋ ਤਰੀਕੇ ਦਰਸਾਉਂਦਾ ਹੈ। ਖੁਲਾਸਾ ਸਾਨੂੰ ਦੋ ਚੋਣਾਂ ਵਿੱਚੋਂ ਇੱਕ ਦੇ ਨਾਲ ਪੇਸ਼ ਕਰਦਾ ਹੈ। ਇਹ ਸੱਚਮੁੱਚ ਸਾਨੂੰ ਵਿਚਕਾਰਲਾ ਆਧਾਰ ਨਹੀਂ ਛੱਡਦਾ। ਤੁਸੀਂ ਹੁਣ ਨਿਰਪੱਖ ਨਹੀਂ ਰਹਿ ਸਕਦੇ। ਇਹ ਮਰਦਾਂ ਨੂੰ ਇੱਕ ਮਜ਼ਬੂਤ ਅਪੀਲ ਪੇਸ਼ ਕਰਦਾ ਹੈ ਅਤੇ ਧਰਤੀ ਦੇ ਇਤਿਹਾਸ ਦੇ ਆਖਰੀ ਦਿਨਾਂ ਵਿੱਚ ਔਰਤਾਂ ਨੂੰ ਵੀ। ਯਿਸੂ ਵਚਨਬੱਧਤਾ ਲਈ ਇੱਕ ਜ਼ਰੂਰੀ ਕਾਲ ਕਰਦਾ ਹੈ। ਇਸ ਅਪੀਲ ਦਾ ਸਾਰਾ ਸਾਰ ਦਿੱਤਾ ਜਾ ਸਕਦਾ ਹੈ ਦੋਹਾਂ ਔਰਤਾਂ ਦੇ ਪ੍ਰਤੀਕਵਾਦ ਵਿੱਚ। ਗੋਰੇ ਵਿੱਚ ਔਰਤ ਦਾ ਵਰਣਨ 12 ਵਿੱਚ ਕੀਤਾ ਗਿਆ ਹੈ। ਭਵਿੱਖਬਾਣੀ ਵਿੱਚ ਇੱਕ ਸ਼ੁੱਧ ਔਰਤ ਨੂੰ ਯਿਸੂ ਦੀ ਦੁਲਹਨ ਦਾ ਪ੍ਰਤੀਕ ਦੱਸਿਆ ਗਿਆ ਹੈ ਕਿ ਸੱਚਾ ਗਿਰਜਾਘਰ। ਯਰਮਿਆ ਉਹਦੀ 6:2 ਵਿੱਚ ਨਬੀ ਕਹਿੰਦਾ ਹੈ, ਮੈਂ ਜੀਓਨ ਦੀ ਧੀ ਦੀ ਤੁਲਨਾ ਕੀਤੀ ਹੈ ਇੱਕ ਸੁੰਦਰ ਅਤੇ ਨਾਜ਼ੁਕ ਔਰਤ ਵਜੋਂ। ਜੀਓਨ ਦੀ ਧੀ ਇੱਕ ਸ਼ਬਦ ਜੋ ਪਰਮੇਸ਼ਵਰ ਦੇ ਲੋਕਾਂ ਨੂੰ ਚਿਤਰਦਾ ਹੈ। ਇੱਥੇ ਪਰਮੇਸ਼ਵਰ ਆਪਣੇ ਚਰਚ ਦੀ ਤੁਲਨਾ ਇੱਕ ਸੁੰਦਰ ਸ਼ੁੱਧ ਔਰਤ ਨਾਲ ਕਰਦਾ ਹੈ। ਇਫੀਸੀਆਂ ਵਿੱਚ 5 ਦੇ ਵਿੱਚ ਈਸਾ ਮਸੀਹ ਇੱਕ ਵਫਾਦਾਰ ਪਤੀ ਆਪਣੇ ਚਰਚ ਜੋ ਕਿ ਲਾੜੀ ਦਾ। 12 ਵਿੱਚ ਹੈ ਕਿ ਇੱਕ ਔਰਤ ਦਾ ਸ਼ਾਨਦਾਰ ਚਿੰਨ੍ਹ ਜੋ ਚਿੱਟੇ ਕੱਪੜੇ ਪਹਿਨੇ ਹੋਏ ਹਨ। ਉਹ ਆਪਣੇ ਸੱਚੇ ਪ੍ਰੇਮੀ ਯਿਸੂ ਦੇ ਪ੍ਰਤੀ ਵਫਾਦਾਰ ਹੈ। ਉਹ ਝੂਠੇ ਸਿਧਾਂਤਾਂ ਦੇ ਭ੍ਰਿਸ਼ਟਾਚਾਰ ਨਾਲ ਨਹੀਂ ਵਾਇਲ ਹੈ। ਸਾਨੂੰ ਉਸਨੇ ਯਿਸੂ ਮਸੀਹ ਦੀ ਦੁਲਹਨ ਦੱਸਿਆ ਹੈ ਅਤੇ ਉਸਦਾ ਗਿਰਜਾ ਘਰ ਇਸ ਧਰਤੀ ਦੇ ਉੱਤੇ ਦੱਸਿਆ ਗਿਆ ਹੈ। 17 ਵਿੱਚ ਇੱਕ ਹੋਰ ਔਰਤ ਪੈਦਾ ਹੁੰਦੀ ਹੈ। ਇਸ ਔਰਤ ਲਾਲ ਰੰਗ ਦੇ ਜਾਨਵਰ ਉੱਤੇ ਸਵਾਰ ਹੁੰਦੀ ਹੈ। ਬਾਈਬਲ ਉਸਨੂੰ ਇੱਕ ਹਾਰਲੋਟ ਔਰਤ ਕਹਿੰਦੀ ਹੈ। ਉਸਨੇ ਆਪਣੇ ਸੱਚੇ ਪ੍ਰੇਮੀ ਯਿਸੂ ਨੂੰ ਛੱਡ ਦਿੱਤਾ ਹੈ ਅਤੇ ਇਹ ਹਾਰਲੋਟ ਧਰਮ ਦੀ ਅਪੋਸਟੇਟ ਪ੍ਰਣਾਲੀ ਹੈ। ਅੱਜ ਰਾਤ ਅਸੀਂ ਇਸ ਹਾਰਲੋਟ ਨੂੰ ਖਾਸ ਤੌਰ ਤੇ ਦੇਖਾਂਗੇ। ਜਦੋਂ ਇਸ ਪਾਤਰ ਦਾ ਇਕੱਠਾ ਅਧਿਐਨ ਕਰਦੇ ਹਾਂ, ਅਸੀਂ ਦੇਖਾਂਗੇ ਕਿ ਸਾਡਾ ਵਿਸ਼ਾ ਕਿੰਨਾ ਮਹੱਤਵਪੂਰਨ ਹੈ ਔਰ ਜੇ ਬਾਈਬਲ ਵਿੱਚ ਹੈ ਤਾਂ ਮੇਰਾ ਵਿਸ਼ਵਾਸ ਹੈ, ਜੇ ਬਾਈਬਲ ਇਸ ਨਾਲ ਅਸਹਿਮਤ ਹੈ ਤਾਂ ਇਹ ਮੇਰੇ ਲਈ ਨਹੀਂ ਹੈ। ਭਾਵੇਂ ਸਾਰਾ ਸੰਸਾਰ ਕਥਾਵਾਂ ਅਤੇ ਮਨੁੱਖੀ ਕੱਟੜਤਾਵਾਦਾਂ ਦਾ ਅਨੁਸਰਨ ਕਰਦਾ ਹੈ, ਸਾਨੂੰ ਪਰਮੇਸ਼ਵਰ ਦੇ ਵਚਨ ਤੇ ਖੜੇ ਹੋਣ ਦੀ ਲੋੜ ਹੈ ਅਤੇ ਜੇ ਮੇਰੇ ਨਾਲ ਕੋਈ ਨਹੀਂ ਜਾਂਦਾ ਤੇ ਮੈਂ ਫਿਰ ਵੀ ਪਾਲਣਾ ਕਰਾਂਗੀ ਜਾਂ ਕਰਾਂਗਾ। ਨਵੇਂ ਟੈਸਟਾਮੈਂਟ ਕਲੀਸਿਆ ਪਰਮੇਸ਼ਵਰ ਦਾ ਸੱਚਾ ਚਰਚ ਸ਼ੁੱਧਤਾ ਅਤੇ ਪਵਿੱਤਰਤਾ ਨੂੰ ਚਮਕਾਉਂਦਾ ਹੈ ਕਿਉਂਕਿ ਯਿਸੂ ਉਸਦੇ ਜੀਵਨ ਵਿੱਚ ਪ੍ਰਮੁੱਖ ਹੈ। ਉਸਦੇ ਪਿਆਰ ਅਤੇ ਦਿਲ ਉਸਦੇ ਸਥਿਰ ਹਨ। ਉਸਦਾ ਪਿਆਰ ਕਿਸੇ ਹੋਰ ਨੂੰ ਨਹੀਂ ਦਿੱਤਾ ਜਾ ਸਕਦਾ। ਉਹ ਉਸਨੂੰ ਕਦੇ ਵੀ ਧੋਖਾ ਨਹੀਂ ਦੇਵੇਗੀ ਕਿਉਂਕਿ ਉਹ ਉਸਦਾ ਸਭ ਕੁਝ ਹੈ। ਉਹ ਮਸੀਹ ਦੀ ਵਫਾਦਾਰ ਦੁਲਹਨ ਹੈ। ਪਰ ਇਹ ਸੁੰਦਰ ਤਸਵੀਰ ਬਦਲਦੀ ਹੈ। ਇੱਕ ਹੋਰ ਔਰਤ ਘਟਨਾ ਸਥਾਨ ਤੇ ਆ ਜਾਂਦੀ ਹੈ। ਇਹ ਤਾਂ ਚਿੱਟੇ ਰੰਗ ਦੀ ਸ਼ੁੱਧ ਔਰਤ ਦੇ ਉਲਟ। ਪ੍ਰਕਾਸ਼ਨ 17:1 ਕਹਿੰਦਾ ਹੈ, ਫਿਰ 7 ਫਰਿਸ਼ਤਿਆਂ ਵਿੱਚੋਂ ਇੱਕ 7 ਕਟੋਰੇ ਕਿਸੇ ਕੋਲ ਸਨ ਅਤੇ ਮੇਰੇ ਨਾਲ ਉਸਨੇ ਗੱਲ ਕੀਤੀ, ਆ ਮੈਂ ਤੈਨੂੰ ਮਹਾਨ ਹਾਰਲੋਟ ਦਾ ਨਿਰਣਾ ਦਿਖਾਵਾਂਗਾ। ਜੋ ਕਿ ਬਹੁਤ ਸਾਰਿਆਂ ਨੂੰ ਪਾਣੀਆਂ ਤੇ ਬਿਠਦੀ ਹੈ ਅਤੇ ਜਿਸ ਨਾਲ ਧਰਤੀ ਤੇ ਰਾਜ ਨੇ ਵਿਚਾਰ ਕੀਤਾ ਅਤੇ ਧਰਤੀ ਦੇ ਵਸਨੀਕ ਉਸਦੀ ਵਿਚਾਰ ਦੀ ਸ਼ਰਾਬ ਨਾਲ ਉਹਨਾਂ ਨੇ ਆਪਣੇ ਆਪ ਨੂੰ ਭ੍ਰਸ਼ਟ ਕੀਤਾ ਹੈ। ਇੱਥੇ ਤਸਵੀਰ ਦਿੱਤੀ ਜਾ ਰਹੀ ਹੈ ਨਾ ਕਿ ਸੱਚੇ ਗਿਰਜਾਘਰ ਪਰ ਡਿਗੇ ਹੋਏ ਚਰਚ ਦੀ ਜੋ ਆਪਣੇ ਸੱਚੇ ਪ੍ਰੇਮੀ ਯਿਸੂ ਤੋਂ ਦੂਰ ਚਲੀ ਗਈ ਹੈ। ਇਸ ਦਾ ਮਤਲਬ ਕੀ ਹੈ ਕਿ ਬਹੁਤ ਸਾਰੇ ਪਾਣੀ ਤੇ ਬੈਠੀ ਹੈ। ਬਾਈਬਲ ਦੀ ਵਿਆਖਿਆ 17:15 ਵਿੱਚ ਇਸ ਤਰ੍ਹਾਂ ਕੀਤੀ ਗਈ ਹੈ, ਉਹ ਪਾਣੀ ਜੋ ਤੁਸੀਂ ਦੇਖਿਆ ਕਿ ਉਹ ਕਿੱਥੇ ਹੈ। ਲੋਕ, ਭੀੜ, ਰਾਸ਼ਟਰ ਅਤੇ ਜੀਵ ਹਨ। ਕਿਸੇ ਦੇ ਨਾਲ ਰਾਜਿਆਂ ਨਾਲ ਧਰਤੀ ਦੇ ਵਿਭਾਚਾਰ ਕੀਤਾ ਹੈ। ਵਿਭਾਚਾਰ ਕੀ ਹੈ? ਇਹ ਗੈਰ ਕਾਨੂੰਨੀ ਮਿਲਾਵਟੀ ਯੂਨੀਅਨ ਹੈ। ਹੇਠਾਂ ਦਿੱਤੇ ਚਰਚ ਸਿਸਟਮ ਵਿੱਚ ਚਰਚ ਰਾਜ ਨਾਲ ਇਕਜੁੱਟ ਹੈ। ਚਰਚ ਦੀ ਸੱਚੀ ਪ੍ਰਣਾਲੀ ਵਿੱਚ ਚਰਚ ਯਿਸੂ ਨਾਲ ਇਕਜੁੱਟ ਹੈ। ਹੇਠਾਂ ਦਿੱਤਾ ਚਰਚ ਬਾਦਸ਼ਾਹਾਂ ਵੱਲ ਵੇਖਦਾ ਹੈ ਅਤੇ ਸੱਤਾ ਲਈ ਧਰਤੀ ਦੇ ਸਿਆਸੀ ਆਗੂ ਅਤੇ ਚਰਚ ਆਪਣੇ ਸੱਚੇ ਪ੍ਰੇਮੀ ਮਸੀਹ ਨੂੰ ਛੱਡ ਕੇ ਚਲਾ ਜਾਂਦਾ ਹੈ। ਇਸ ਦੀ ਬਜਾਏ ਕਿਸੇ ਧਰਮ ਨਿਰਪੱਖ ਸਰੋਤ ਤੋਂ ਸ਼ਕਤੀ ਦੀ ਤਲਾਸ਼ ਕਰਨੀ ਆਉਂਦੀ ਹੈ ਕਿਉਂਕਿ ਇਹ ਹੁਣ ਯਿਸੂ ਨਾਲ ਨਹੀਂ ਜੁੜਿਆ ਹੋਇਆ ਹੈ। ਇਹ ਚਰਚ ਤੋਂ ਸ਼ਕਤੀ ਦੀ ਤਲਾਸ਼ ਕਰਦਾ ਹੈ, ਧਰਤੀ ਦੇ ਰਾਜੇ ਜਾਂ ਰਾਜ ਦੇ ਅਧਿਕਾਰੀਆਂ। ਇਹ ਮਿਲਾਵਟੀ ਔਰਤ ਜਨਤਾ ਦਾ ਧਿਆਨ ਖਿੱਚਦੀ ਹੈ। ਉਹ ਜਾਣਦੀ ਹੈ ਕਿ ਨਵੇਂ ਪ੍ਰੇਮੀਆਂ ਨੂੰ ਕਿਵੇਂ ਲਲਚਾਇਆ ਜਾਵੇ। ਉਸਨੇ ਜਾਮਨੀ ਅਤੇ ਲਾਲ ਰੰਗ ਦੇ ਵਿੱਚ ਤੇ ਗਹਿਣਿਆਂ ਨਾਲ ਤੁਪਕਾ ਤੇ ਲਾਲ ਰੰਗ ਦੇ ਜਾਨਵਰ ਤੇ ਬੈਠ ਕੇ ਇਹ ਡਿੱਗ ਪਿਆ ਚਰਚ ਰਾਜ ਤੋਂ ਉਸਦੀ ਸ਼ਕਤੀ ਪ੍ਰਾਪਤ ਕਰਦਾ ਹੈ ਕਿਉਂਕਿ ਉਹ ਗਵਰਨਿੰਗ ਬਾਡੀਜ਼ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਜੋ ਉਸਦੀਆਂ ਝੂਠੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਜਾਵੇ। ਉਹ ਆਪਣੇ ਸ਼ਰਾਬ ਦੇ ਕੱਪ ਦੇ ਆਲੇ ਦੁਆਲੇ ਝੂਠੇ ਸਿਧਾਂਤ ਦੇ ਦੁਆਲੇ ਲੰਘਦੀ ਹੈ। ਇਹ ਸੰਸਾਰ ਗਲਤੀ ਨਾਲ ਨਸ਼ੇ ਵਿੱਚ ਧੁੱਤ ਹੋ ਜਾਂਦਾ ਹੈ। ਲੱਖਾਂ ਲੋਕ ਬੇਬੀਲੋਨ ਦੀ ਦਾਰੂ ਪੀਂਦੇ ਹਨ ਅਤੇ ਧੋਖਾ ਦਿੰਦੇ ਹਨ। ਪ੍ਰਕਾਸ਼ਨ 17:3
ਇਸ ਲਈ ਉਹ ਮੈਨੂੰ ਆਤਮਾ ਵਿੱਚ ਜੰਗਲ ਵਿੱਚ ਲੈ ਗਿਆ ਅਤੇ ਮੈਂ ਇੱਕ ਔਰਤ ਨੂੰ ਉੱਥੇ ਬੈਠੀ ਦੇਖਿਆ। ਇੱਕ ਲਾਲ ਰੰਗ ਦਾ ਜਾਨਵਰ ਜੋ ਕਿ ਨਿੰਦਕ ਦੇ ਨਾਂ ਨਾਲ ਭਰਿਆ ਹੋਇਆ ਸੀ, 7 ਸਿਰ ਅਤੇ 10 ਸਿੰਗ ਸਨ। ਧਰਮ ਦੀ ਇਹ ਝੂਠੀ ਪ੍ਰਣਾਲੀ ਪਰਮੇਸ਼ਵਰ ਦੇ ਵਿਰੁੱਧ ਵਿੱਚ ਹੈ। ਇਹ ਸ਼ੈਤਾਨ ਦਾ ਨਕਲੀ ਹੈ। ਪਰਮੇਸ਼ਵਰ ਚੇਤਾਵਨੀ ਦਿੰਦਾ ਹੈ, ਸਪਸ਼ਟ ਤਸਵੀਰ ਜੋ ਕਿ ਬਣ ਰਹੀ ਹੈ ਜਦੋਂ ਉਹ ਰਾਜਾ ਅਤੇ ਰਾਜਾ ਨੂੰ ਭਵਿੱਖਬਾਣੀਆਂ ਵਿੱਚ ਪਸ਼ੂਆਂ ਨੂੰ ਸੌਂਪਦਾ ਹੈ। ਉਹ ਕਹਿ ਰਿਹਾ ਹੈ ਕਿ ਹਰ ਕਿਸੇ ਨੂੰ ਸਿਰ ਤੋਂ ਚੜ੍ਹੋ, ਧਿਆਨ ਦਿਓ। ਇਹ ਜਾਨਵਰ ਹਾਰਲੋਟ ਦੇ ਜਾਲ ਵਿੱਚ ਫਸ ਜਾਂਦੇ ਹਨ, ਜਿਸ ਤੋਂ ਬਾਅਦ ਉਹ ਆਪਣੀ ਸ਼ਕਤੀ ਪ੍ਰਾਪਤ ਕਰਦੀ ਹੈ ਰਾਜਾ ਨੂੰ ਪ੍ਰਭਾਵਿਤ ਕਰਨ ਲਈ ਅਤੇ ਰਾਜ ਪ੍ਰਬੰਧ ਦੇ ਨਿਯਮਾਂ ਨੂੰ ਪ੍ਰਭਾਵਿਤ ਕਰਨ ਲਈ, ਆਪਣੇ ਏਜੰਡੇ ਅਤੇ ਭ੍ਰਿਸ਼ਟਾਚਾਰ ਲਈ। ਇਸ ਹਾਰਲੋਟ ਚਰਚ ਅਤੇ ਰਾਜ ਵਿਚਕਾਰ ਇੱਕ ਗੈਰ ਕਾਨੂੰਨੀ ਯੂਨੀਅਨ ਨੂੰ ਬੰਨ੍ਹਦਾ ਹੈ। ਜੇਮਸ ਫੌਸੇਟ ਅਤੇ ਬ੍ਰਾਊਨ ਕਮੈਂਟਰੀ ਨੇ ਪੰਨਾ 593 ਤੇ ਜਿਲਦ 4 ਫਿਲੀਪੀਨਜ਼ 2 ਪ੍ਰਤਵਾ ਅਤੇ ਇਹ ਪ੍ਰੋਟੈਸਟੈਂਟ ਲੇਖਕ ਬਣਾਉਂਦੇ ਹਨ 17 ਬਾਰੇ ਕਿ ਇਹ ਕਮਾਲ ਦਾ ਬਿਆਨ ਰਾਜ ਅਤੇ ਚਰਚ ਪਰਮੇਸ਼ਵਰ ਦੀ ਅਨਮੋਲ ਤੋਹਫੇ ਹਨ, ਪਰ ਰਾਜ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਚਰਚ ਦਾ ਆਤਾ ਪਗੜਾ ਹਾਰਲੋਟ ਬਣ ਜਾਂਦਾ ਹੈ। ਖੁਲਾਸਾ 17 ਦੀ 4 ਕਹਿੰਦੀ ਹੈ, ਔਰਤ ਜਾਂ ਡਿੱਗੀ ਹੋਈ ਚਰਚ ਜਾਮਨੀ ਅਤੇ ਲਾਲ ਰੰਗ ਦੀ ਹੈ ਅਤੇ ਸੋਨੇ ਅਤੇ ਕੀਮਤੀ ਪੱਥਰਾਂ ਤੇ ਮੋਤੀਆਂ ਨਾਲ ਸਜਾਈ ਹੋਈ ਹੈ। ਆਓ ਇਸ ਬਾਰੇ ਸੋਚੀਏ ਕਿ ਤੁਸੀਂ ਕਿਸੇ ਧਾਰਮਿਕ ਪ੍ਰਣਾਲੀ ਨੂੰ ਜਾਣਦੇ ਹੋ। ਪੁਜਾਰੀ ਕੌਣ ਹਨ? ਜਾਮਨੀ ਅਤੇ ਲਾਲ ਰੰਗ ਦੇ ਸਨ ਜੋ ਅਕਸਰ ਕੋਰੀਡੋਰ ਲਾਲ ਰੰਗ ਦੇ ਕੱਪੜੇ ਪਾਉਂਦੇ ਹਨ। ਇਹ ਪੁਜਾਰੀ ਲਾਲ ਰੰਗ ਦੇ ਕੱਪੜੇ ਪਹਿਨਦੇ ਹਨ। ਗੁੱਡ ਫਰਾਈਡੇ ਅਤੇ ਪਾਮ ਐਤਵਾਰ ਨੂੰ, ਪੈਂਟੀਕੋਸਟ ਅਤੇ ਐਡਵੈਂਚਰ ਅਤੇ ਜਾਮਨੀ ਉਦਾਰ ਤੇ ਅੰਤਿਮ ਸੰਸਕਾਰ ਦੇ ਮੌਕੇ ਤੇ ਪੋਪ ਦੁਆਰਾ ਪਹਿਨੇ ਗਏ ਸਰਕਾਰੀ ਕੱਪੜੇ। ਇਹ ਕਿਸੇ ਵੀ ਅਰਥੀ ਤਾਜ ਨਾਲੋਂ ਸੋਨੇ ਅਤੇ ਗਹਿਣਿਆਂ ਵਿੱਚੋਂ ਵਧੇਰੇ ਅਮੀਰ ਹਨ। ਪੋਪ ਤਿਆਰਾ ਦਾ ਮੁੱਲ ਸਮਝ ਤੋਂ ਬਾਹਰ ਹੈ। ਤੁਹਾਨੂੰ ਕੈਥਲਿਕਵਾਦ ਦੇ ਚਿੰਨ੍ਹਾਂ ਉੱਤੇ ਸ਼ਾਨਦਾਰ ਬਣਾਇਆ ਜਾਂਦਾ ਹੈ, ਸੋਨੇ, ਮੋਤੀ ਅਤੇ ਕੀਮਤੀ ਪੱਥਰਾਂ ਦਾ ਡੈਕ। ਸੰਸਾਰ ਭਰ ਵਿੱਚ ਸੰਤਾਂ ਅਤੇ ਕੈਥਲਿਕ ਇਮਾਰਤਾਂ ਦੀ ਮੂਰਤੀਆਂ। ਹੁਣ ਮੈਂ ਇੱਥੇ ਹੀ ਰੁਕਣਾ ਚਾਹੁੰਦੀ ਹਾਂ। ਮੇਰੇ ਵਾਸਤੇ ਨਿੱਜੀ ਤੌਰ ਤੇ ਦੱਸਣਾ ਮਹੱਤਵਪੂਰਨ ਹੈ ਕਿ ਇੱਕ ਵਿਸ਼ਾ ਜਿਸ ਬਾਰੇ ਅਸੀਂ ਅੱਜ ਰਾਤ ਗੱਲ ਕਰ ਰਹੇ ਹਾਂ ਸੰਵੇਦਨਸ਼ੀਲ ਹੈ ਅਤੇ ਸਾਂਝੀ ਕੀਤੀ ਜਾਣਕਾਰੀ ਵਿਅਕਤੀ ਵਿਸ਼ੇਸ਼ਾਂ ਤੇ ਦੋਸ਼ ਲਾਉਣ ਦਾ ਇਰਾਦਾ ਨਹੀਂ ਹੈ, ਪਰ ਭਵਿੱਖਬਾਣੀ ਨੂੰ ਪੂਰਾ ਕਰਨ ਦੇ ਲਈ ਦਿਖਾਉਣਾ ਹੈ। ਮੇਰਾ ਵਿਸ਼ਵਾਸ ਹੈ ਕਿ ਸੱਚ ਦੇ ਬਹੁਤ ਸਾਰੇ ਸੱਚ ਆਉਣ ਵਾਲੇ ਹਨ ਜੀਵਨ ਦੇ ਹਰ ਖੇਤਰ ਦੇ ਵਿੱਚ, ਅਤੇ ਜਦੋਂ ਸੱਚ ਸਾਹਮਣੇ ਆ ਜਾਂਦਾ ਹੈ ਤਾਂ ਇਸ ਦਾ ਅਨੁਸਰਨ ਕਰਦੇ ਹਨ। ਇੱਥੇ ਦੱਸੀ ਜਾਣਕਾਰੀ ਨਿਰਦੇਸ਼ਿਤ ਹੈ ਕੇਵਲ ਰੋਮਨ ਕੈਥਲਿਕਵਾਦ ਦੇ ਪ੍ਰਬੰਧ ਦੇ ਨਾਲ, ਜਿਸ ਵਿੱਚ ਬਹੁਤ ਸਾਰੇ ਸਿਧਾਂਤ ਹਨ ਜੋ ਅਸੀਂ ਦੇਖਾਂਗੇ ਸਪਸ਼ਟ ਤੌਰ ਤੇ ਧਰਮ ਗ੍ਰੰਥ ਦੇ ਵਿਰੁੱਧ ਹਨ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਨਾਲ ਇਸ ਲਈ ਆਏ ਹੋ ਕਿਉਂਕਿ ਤੁਸੀਂ ਸੱਚਾਈ ਨੂੰ ਜਾਣਨਾ ਚਾਹੁੰਦੇ ਹੋ। ਆਹ ਸੁਣਨਾ ਇੰਨਾ ਮੁਸ਼ਕਿਲ ਕਿਉਂ ਨਾ ਹੋਵੇ ਦੋਸਤੋ। ਹੁਣ 4 ਵਿੱਚ ਜਾਰੀ ਹੈ, ਉਸਦੇ ਹੱਥ ਵਿੱਚ ਇੱਕ ਸੁਨਹਿਰੀ ਕੱਪ ਭਰਿਆ ਹੋਇਆ ਹੈ, ਉਸਦੇ ਵਿਚਾਰ ਦੀ ਅਤੇ ਵਿਭਾਚਾਰ ਦੀ ਗੰਧਤਾ ਦੇ ਨਾਲ। ਦੂਜੇ ਸ਼ਬਦਾਂ ਵਿੱਚ ਹੱਥ ਵਿੱਚ ਧਰਮ ਦੀ ਇਸ ਡਿੱਗੀ ਹੋਈ ਪ੍ਰਣਾਲੀ ਦਾ, ਜਿਸਦੇ ਰੰਗ ਜਾਮਨੀ ਅਤੇ ਲਾਲ ਰੰਗ ਦੇ ਹੁੰਦੇ ਹਨ। ਇੱਥੇ ਇੱਕ ਸੁਨਹਿਰੀ ਵਾਈਨ ਕੱਪ ਹੈ ਅਤੇ ਸਾਰੇ ਵਿਸ਼ਵ ਡਰਿੰਕ ਅਤੇ ਉਲਝਣ ਵਿੱਚ ਪੈ ਜਾਂਦੇ ਹਨ ਤੇ ਨਸ਼ੇ ਵਿੱਚ ਧੁੱਤ ਹੋ ਜਾਂਦੇ ਹਨ ਇਹਨਾਂ ਝੂਠੇ ਸਿਧਾਂਤਾਂ ਦੁਆਰਾ। ਖੁਲਾਸਾ 17 ਦੀ 5 ਕਹਿੰਦਾ ਹੈ, ਉਸਦੇ ਮੱਥੇ ਤੇ ਨਾਂ ਲਿਖਿਆ ਹੋਇਆ ਸੀ, ਰਹੱਸ ਬੈਬੀਲੋਨ, ਮਹਾਨ ਹਾਰਲੋਟ ਦੀ ਮਾਂ ਅਤੇ ਧਰਤੀ ਦੇ ਅਪਮਾਨਾਂ ਦੀ। ਇਸ ਲਈ ਬਾਈਬਲ ਕਹਿੰਦੀ ਹੈ ਕਿ ਉਹ ਇੱਕ ਹਾਰਲੋਟ ਅਤੇ ਮਾਂ ਹੈ, ਜਿਸ ਦਾ ਮਤਲਬ ਹੈ ਕਿ ਉਸਨੂੰ ਬੱਚੇ ਹੋਣੇ ਚਾਹੀਦੇ ਹਨ। ਅਸੀਂ ਵੇਖਾਂਗੇ ਨਾ ਕੇਵਲ ਬਾਈਬਲ ਦੀ ਇਸ ਤੋਂ ਪਛਾਣ ਕੀਤੀ ਜਾਂਦੀ ਹੈ ਰੋਮਨ ਕੈਥਲਿਕ ਧਰਮ ਮਾਂ ਦੇ ਤੌਰ ਤੇ, ਪਰ ਕੈਥਲਿਕ ਪ੍ਰਣਾਲੀ ਆਪਣੇ ਆਪ ਨੂੰ ਕਹਿੰਦੀ ਹੈ ਕਿ ਉਹ ਚਰਚਾਂ ਦੀ ਮਾਂ ਹੈ। ਸਤੰਬਰ 2000 ਦੇ ਵਿੱਚ ਵੈਟੀਕਨ ਨੇ ਹੁਕਮ ਦਿੱਤਾ ਕਿ ਕੈਥਲਿਕ ਚਰਚ ਦਾ ਹਵਾਲਾ ਹੈ ਸਾਰੇ ਚਰਚਾਂ ਦੀ ਮਾਂ, ਅੰਤ ਵਿੱਚ ਬੋਲੀ, ਅਤੇ ਸਿਸਟਰ ਚਰਚਾਂ ਸ਼ਬਦ ਤੇ ਪਾਬੰਦੀ ਲਗਾ ਦਿੱਤੀ ਹੋਰ ਨਾਵਾਂ ਦਾ ਵਰਣਨ ਕਰਨ ਲਈ, ਕਿਉਂਕਿ ਇਹ ਵੈਟੀਕਨ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚਾਉਣਾ ਹੋ ਸਕਦਾ ਹੈ। ਦੂਜੇ ਵਿਸ਼ਵਾਸੀਆਂ ਨਾਲ ਏਕਤਾ ਵੱਲ, ਭੈਣਾਂ ਨਹੀਂ ਧੀਆਂ। ਕਾਰਡੀਨਲ ਜੋਜ਼ਫ ਰੈਟਜ਼ਿੰਗਰ ਦਾ ਹਵਾਲਾ ਦਿੰਦੇ ਹੋਏ, ਜੋ ਬਾਅਦ ਵਿੱਚ ਪੋਪ ਬੈਨੇਡਿਕਟ ਬਣ ਗਏ, ਉਹਨਾਂ ਨੇ ਕਿਹਾ, ਇਹ ਹਮੇਸ਼ਾ ਸਪਸ਼ਟ ਹੋਣਾ ਚਾਹੀਦਾ ਹੈ ਕਿ ਉਹ ਪਵਿੱਤਰ ਕੈਥੋਲਿਕ ਹੈ ਅਤੇ ਅਪੋਸਟੋਲਿਕ ਯੂਨੀਵਰਸਲ ਚਰਚ ਨਹੀਂ ਹੈ ਭੈਣ, ਪਰ ਸਾਰੇ ਚਰਚਾਂ ਦੀ ਮਾਂ। ਅੰਤ ਦਾ ਹਵਾਲਾ, ਪ੍ਰੋਟੈਸਟੈਂਟ ਧਰਮ ਕੈਥੋਲਿਕ ਧਰਮ ਤੋਂ ਬਾਹਰ ਆਏ, ਪਰ ਉਸਨੇ ਆਪਣੇ ਕੁਝ ਝੂਠੇ ਸਿਧਾਂਤਾਂ ਨੂੰ ਬਰਕਰਾਰ ਰੱਖਿਆ ਹੈ। ਇਹ ਮਾਂ ਚਰਚ ਦੀਆਂ ਧੀਆਂ ਹਨ। ਦੋਸਤੋ, ਚਾਹੇ ਤੁਹਾਡਾ ਧਰਮ ਕੋਈ ਵੀ ਹੋਵੇ, ਪਰਮੇਸ਼ਵਰ ਤੁਹਾਨੂੰ ਉਸਦੇ ਸੱਚ ਵੱਲ ਵਾਪਸ ਬੁਲਾ ਰਿਹਾ ਹੈ। ਬਸ ਇਹੀ ਗੱਲ ਹੈ, ਉਹ ਇੰਨਾ ਦਿਆਲੂ ਹੈ ਕਿ ਉਹ ਸਾਨੂੰ ਚੇਤਾਵਨੀ ਦੇ ਰਿਹਾ ਹੈ ਕਿ ਅਸੀਂ ਸਮੇਂ ਦੀ 2 ਤਾਸ ਦੀ ਗਿਣਤੀ ਖਤਮ ਕਰ ਰਹੇ ਹਾਂ। ਪਰਮੇਸ਼ਵਰ ਸੰਸਾਰ ਭਰ ਤੋਂ ਲੋਕਾਂ ਨੂੰ ਕਾਲ ਕਰ ਰਿਹਾ ਹੈ, ਹਰ ਸੱਭਿਆਚਾਰ ਤੇ ਧਾਰਮਿਕ ਫਿਰਕੇ ਵਿੱਚ, ਅਤੇ ਉਹ ਜਵਾਬ ਦੇ ਰਹੇ ਹਨ। ਭਾਰਤ ਵਾਂਗ, ਜਦੋਂ ਮੈਂ ਤੁਹਾਨੂੰ ਸਾਂਝਾ ਕਰਨ ਲਈ ਕਿਹਾ ਸੀ, ਇੱਕ ਸੰਗਤ ਨਾਲ ਵੀ ਅਜਿਹਾ ਹੀ ਸੁਨੇਹਾ ਰਾਜਧਾਨੀ ਵਿੱਚ, ਪਾਦਰੀਆਂ ਵਿੱਚ ਅਤੇ ਬਿਸ਼ਪਾਂ ਦੇ ਨਾਲ। ਇਹ ਪ੍ਰਮੁੱਖ ਚਰਚ ਲੀਡਰ ਉਹ ਪੈਗੰਬਰੀ ਦੀ ਸੱਚ ਦੀ ਤਲਾਸ਼ ਕਰ ਰਹੇ ਹਨ ਅਤੇ ਵਰਤਮਾਨ ਸਮੇਂ ਵਿੱਚ ਇਸ ਮਹੱਤਵਪੂਰਨ ਫੈਸਲਾ
ਲੈ ਰਹੇ ਹਨ ਕਿ ਆਪਣੀ ਪਰੰਪਰਾ ਨੂੰ ਛੱਡ ਕੇ ਜਾਂ ਉਹਨਾਂ ਦੇ ਬਾਈਬਲ ਦੇ ਅਨੁਸਾਰ ਲਈ ਜਾਂ ਪਾਪੂਆ ਨਿਊ ਗਿਨੀ ਵਾਂਗ। ਹੁਣ ਇਹ ਸਿਰਫ ਇੱਕ ਪ੍ਰਾਂਤ ਵਿੱਚ ਹੈ। 64 ਐਤਵਾਰ ਦੇ ਪਾਦਰੀ ਅਤੇ ਉਹਨਾਂ ਦੇ ਪਰਿਵਾਰਾਂ ਨੇ ਸਵੀਕਾਰ ਕਰ ਲਿਆ ਹੈ ਬਾਈਬਲ ਦਾ ਸਬਦ ਸੱਚ ਅਤੇ ਹੁਣ ਬਪਤਿਸਮਾ ਲੈਣ ਵਾਲੇ ਮੈਂਬਰ ਬਣ ਗਏ ਹਨ 7ਵੇਂ ਦਿਨ ਦੇ ਐਡਵੈਂਟਿਸਟ ਚਰਚ ਦਾ। ਇਹ ਸਿਰਫ ਪਾਪੂਆ ਨਿਊ ਗਿਨੀ ਵਿੱਚ ਹੀ ਨਹੀਂ ਹੋ ਰਿਹਾ ਹੈ ਪਰ ਯੂਗੈਂਡਾ, ਕੀਨੀਆ, ਫਿਲੀਪੀਨ, ਸਾਰੇ ਸੰਸਾਰ ਵਿੱਚ ਲੋਕ ਇਸ ਸਮੇਂ ਬਾਈਬਲ ਨੂੰ ਜਾਣ ਰਹੇ ਹਨ ਤੇ ਬੈਬੀਲੋਨ ਤੋਂ ਬਾਹਰ ਆ ਰਹੇ ਹਨ। ਪਰਮੇਸ਼ਰ ਉਹਨਾਂ ਨੂੰ ਗਲਤੀਆਂ ਤੋਂ ਉਹਨਾਂ ਤੋਂ ਬੁਲਾ ਰਿਹਾ ਹੈ ਜੋ ਪੁਜਾਰੀਵਾਦ ਅਤੇ ਚਰਚ ਵਿੱਚੋਂ ਤਿਲਕ ਗਏ ਹਨ। ਸਿੱਧੇ ਸ਼ਬਦਾਂ ਵਿੱਚ ਪੁਜਾਰੀਵਾਦ ਪਰਮੇਸ਼ਵਰ ਅਤੇ ਉਸਦੇ ਤਰੀਕਿਆਂ ਦੇ ਵਿਰੋਧ ਵਿੱਚ ਹੈ। ਪਰਮੇਸ਼ਵਰ ਆਪਣੇ ਲੋਕਾਂ ਨੂੰ ਆਪਣੇ ਸ਼ਬਦ ਦੀ ਸੱਚਾਈ ਦੱਸ ਰਿਹਾ ਹੈ। ਦੋਸਤੋ, ਮੇਰਾ ਵਿਸ਼ਵਾਸ ਹੈ ਤੁਸੀਂ ਕੁਝ ਹੋਰ ਚਾਹੁੰਦੇ ਹੋ। ਤੁਹਾਨੂੰ ਆਰਾਮਦਾਇਕ ਰੱਖਣ ਦੇ ਲਈ ਮਿੱਠੇ ਅਤੇ ਸ਼ਾਂਤ ਸ਼ਬਦਾਂ ਨਾਲੋਂ ਆਰਾਮਦਾਇਕ ਹੋਣਾ ਤੁਹਾਨੂੰ ਨਕਲੀ ਪ੍ਰਤੀਵਿਅੰਗਨਸ਼ੀਲ ਬਣਾਉਂਦਾ ਹੈ ਅਤੇ ਮੇਰੇ ਲਈ ਨਿੱਜੀ ਤੌਰ ਤੇ ਸੱਚ ਜਾਣਨ ਦੀ ਮੇਰੀ ਇੱਛਾ ਸ਼ਾਂਤ ਜਾਂ ਸ਼ਾਂਤ ਹੋਣ ਦੀ ਇੱਛਾ ਨਾਲੋਂ ਵਧੇਰੇ ਮਜ਼ਬੂਤ ਹੈ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਨਾਲ ਪੜ੍ਹ ਰਹੇ ਹੋ ਕਿਉਂਕਿ ਤੁਸੀਂ ਵੀ ਚਾਹੁੰਦੇ ਹੋ ਤਾਂ ਜੋ ਬਾਈਬਲ ਤੋਂ ਸਿੱਧੇ ਤੌਰ ਤੇ ਸੱਚ ਨੂੰ ਦੇਖਿਆ ਜਾਵੇ। ਇਸ ਲਈ ਆਓ ਕੁਝ ਹੋਰ ਅਸੀਂ ਇਕੱਠੇ ਵੇਖੀਏ। ਬਾਈਬਲ ਦਾ ਕੀ ਮਤਲਬ ਹੈ ਜਦੋਂ ਇਹ ਰਹੱਸਮਈ ਬੇਬੀਲੋਨ ਨੂੰ ਮਹਾਨ ਕਹਿੰਦਾ ਹੈ। ਪਹਿਲੀ ਸਦੀ ਤੱਕ ਸ਼ਾਬਦਿਕ ਬੇਬੀਲੋਨ ਇੱਕ ਸ਼ਹਿਰ ਜੋ ਪੁਰਾਣੇ ਟੈਸਟ ਵਿੱਚ ਮੌਜੂਦ ਸੀ ਉਹਨਾਂ ਪਹਿਲਾਂ ਹੀ ਮਰ ਚੁੱਕਾ ਸੀ। ਇਸ ਲਈ ਇਹ ਸ਼ਾਬਦਿਕ ਜਾਂ ਸਰੀਰਕ ਬੈਬੀਲੋਨ ਬਾਰੇ ਗੱਲ ਨਹੀਂ ਕਰ ਰਿਹਾ, ਇਹ ਅਧਿਆਤਮਿਕ ਬੈਬੀਲੋਨ ਦਾ ਹਵਾਲਾ ਦੇ ਰਿਹਾ ਹੈ। ਦੂਜੇ ਸ਼ਬਦਾਂ ਵਿੱਚ ਇੱਕ ਧਾਰਮਿਕ ਪ੍ਰਣਾਲੀ ਜੋ ਕਿ ਚਲੀ ਜਾਵੇਗੀ ਪਰਮੇਸ਼ਵਰ ਦੇ ਸ਼ਬਦ ਦੀ ਸ਼ੁੱਧ ਸਿੱਖਿਆ ਤੋਂ। ਝੂਠੇ ਸਿਧਾਂਤ ਚਰਚ ਵਿੱਚ ਆ ਜਾਂਦੇ ਹਨ। ਨਕਲੀ ਧਾਰਮਿਕ ਪ੍ਰਣਾਲੀ ਜਿਸ ਨੂੰ ਬੈਬੀਲੋਨ ਕਿਹਾ ਜਾਂਦਾ ਹੈ। ਧਿਆਨ ਦਿਓ ਕਿ ਉਹਨਾਂ ਨੂੰ ਚਰਚ ਦੁਆਰਾ ਸਵੀਕਾਰ ਕੀਤਾ ਜਾਵੇਗਾ ਪਰ ਪਰਮੇਸ਼ਵਰ ਦੁਆਰਾ ਨਹੀਂ। ਯਹੂਨਾ 17:17 ਕਹਿੰਦੀ ਹੈ ਇਹਨਾਂ ਨੂੰ ਆਪਣੇ ਸੱਚ ਨਾਲ ਪਵਿੱਤਰ ਰੱਖੋ, ਤੇਰਾ ਵਚਨ ਸੱਚ ਹੈ। ਪਵਿੱਤਰ ਸ਼ਬਦ ਦਾ ਮਤਲਬ ਕੀ ਹੈ? ਇਸ ਦਾ ਮਤਲਬ ਉਹਨਾਂ ਨੂੰ ਵੱਖ ਕਰਨਾ। ਇਸ ਲਈ ਪਰਮੇਸ਼ਵਰ ਕਹਿੰਦਾ ਹੈ ਕਿ ਮੈਂ ਆਪਣੇ ਲੋਕਾਂ ਨੂੰ ਬੁਲਾ ਰਿਹਾ ਹਾਂ ਮੇਰੇ ਸ਼ਬਦ ਦੀ ਸੱਚਾਈ ਨਾਲ ਬੈਬੀਲੋਨ ਦੇ ਝੂਠੇ ਸਿਧਾਂਤਾਂ ਤੋਂ ਦੂਰ। ਹੜ੍ਹ ਤੋਂ ਤੁਰੰਤ ਬਾਅਦ ਪੁਰਾਣੇ ਨਿਯਮ ਦੇ ਵਿੱਚ ਮਨੁੱਖਾਂ ਨੇ ਪਰਮੇਸ਼ਵਰ ਨੂੰ ਸਿੱਧੇ ਤੌਰ ਤੇ ਨਕਾਰਨ ਦੀ ਯੋਜਨਾ ਬਣਾਈ। ਇੱਕ ਵਿਸ਼ਾਲ ਢਾਂਚਾ ਜਿਸ ਨੂੰ ਬਾਬੇਲ ਦਾ ਟਾਵਰ ਕਿਹਾ ਜਾਂਦਾ ਹੈ ਜਿਸ ਦਾ ਜ਼ਿਕਰ ਉਤਪਤੀ 11:9 ਵਿੱਚ ਕੀਤਾ ਗਿਆ ਹੈ। ਇਸ ਲਈ ਜਿਸ ਦਾ ਨਾਮ ਬਾਬੇਲ ਹੈ ਕਿਉਂਕਿ ਇੱਥੇ ਸਾਰੇ ਬੌਖਲਾ ਗਏ। ਸਾਰੀ ਧਰਤੀ ਦੀ ਭਾਸ਼ਾ ਪ੍ਰਭੂ ਨੇ ਬੁਖਲਾ ਦਿੱਤੀ ਹੈ। ਜਿਵੇਂ ਮਨੁੱਖ ਨੇ ਇਸ ਆਸਮਾਨ ਨੂੰ ਆਸਮਾਨ ਤੱਕ ਪਹੁੰਚਣ ਲਈ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਉਸ ਨੂੰ ਪਰਮੇਸ਼ਵਰ ਦੇ ਵਾਅਦੇ ਤੇ ਉਲਟ ਖੜ ਕਰ ਰਹੇ ਸਨ। ਉਹ ਵਿਸ਼ਵਾਸ ਨਹੀਂ ਕਰਦੇ ਕਿ ਧਰਤੀ ਹੜ੍ਹ ਨਾਲ ਕਦੇ ਵੀ ਤਬਾਹ ਨਹੀਂ ਹੋਵੇਗੀ। ਉਹਨਾਂ ਨੇ ਮਨੁੱਖ ਦੁਆਰਾ ਬਣਾਏ ਗਏ ਵਿਚਾਰ ਨੂੰ ਪਰਮੇਸ਼ਵਰ ਨੂੰ ਬਾਹਰ ਕੱਢਣ ਲਈ ਬਦਲ ਦਿੱਤੇ। ਪਰ ਤੁਸੀਂ ਪਰਮੇਸ਼ਵਰ ਨੂੰ ਪਿੱਛੇ ਨਹੀਂ ਛੱਡ ਸਕਦੇ। ਹਰ ਵਾਰ ਮਨੁੱਖ ਪਰਮੇਸ਼ਵਰ ਦੇ ਵਚਨ ਨੂੰ ਨਕਲੀ ਨਹੀਂ ਬਣਾ ਕੇ ਬਦਲ ਸਕਦਾ ਕਿਉਂਕਿ ਉਹਨਾਂ ਦੇ ਦਿਲ ਵਿੱਚ ਬਗਾਵਤ ਹੈ। ਇਹ ਸੰਸਾਰ ਬਗਾਵਤ ਕਰਨ ਦੀ ਸਦੀਵੀ ਗੜਬੜ ਦੇ ਵਿੱਚ ਹੈ। ਲੂਸੀਫਰ ਦੇ ਅਸਮਾਨ ਤੋਂ ਡਿੱਗਣ ਵੱਲ ਮੁੜ ਕੇ ਸਾਰੇ ਰਾਹਾਂ ਨੂੰ ਟਰੇਸ ਕਰਨਾ। ਲੂਸੀਫਰ ਹੁਣ ਸ਼ੈਤਾਨ ਪਰਮੇਸ਼ਵਰ ਦੀ ਪ੍ਰੇਮ ਦੇ ਵਿੱਚ ਸਰਕਾਰ ਦੇ ਵਿਰੁੱਧ ਬਗਾਵਤ ਕਰਦਾ ਹੈ। ਇੱਕ ਸ਼ਾਨਦਾਰ ਰਾਜਨੀਤਿਕ ਚਾਲ ਵਿੱਚ ਪਰਮੇਸ਼ਵਰ ਬਾਬਲ ਦੇ ਟਾਵਰ ਵਿਖੇ ਉਹਨਾਂ ਦੀ ਭਾਸ਼ਾਵਾਂ ਨੂੰ ਭੰਬਲਭੂਸੇ ਵਿੱਚ ਪਾ ਦਿੰਦਾ ਹੈ। ਲੋਕ ਹੁਣ ਸੰਚਾਰ ਨਹੀਂ ਕਰ ਸਕਦੇ, ਉਹ ਸਮਝਣ ਦੇ ਅਯੋਗ ਹਨ। ਇੱਕ ਦੂਜੇ ਦੇ ਕੰਮ ਬੰਦ ਕਰ ਦਿੱਤਾ। ਮੈਨੂੰ ਇਹ ਬਹੁਤ ਦਿਲਚਸਪ ਅਤੇ ਬਹੁਤ ਹੀ ਸੰਕੇਤਕ ਲੱਗਦਾ ਹੈ। ਬਾਅਦ ਵਿੱਚ ਬੇਬੀਲੋਨ ਸ਼ਹਿਰ ਬਣ ਗਿਆ ਜਿਸ ਨੂੰ ਬਾਬਲ ਟਾਵਰ ਦੀ ਨਜ਼ਰ ਵਿੱਚ ਦੇਖਿਆ ਜਾ ਸਕਦਾ ਹੈ। ਬੈਬੀਲੋਨ ਸ਼ਬਦ ਬੇਬਲ ਤੋਂ ਆਉਂਦਾ ਹੈ। ਬੈਬਲ ਦਾ ਮਤਲਬ ਹੁੰਦਾ ਹੈ ਭੰਬਲਭੂਸਾ। ਬਬਲਿੰਗ ਮਤਲਬ ਬੋਲਣਾ ਹੈ ਜੋ ਸੁਣਨ ਵਾਲੇ ਨੂੰ ਕੋਈ ਸਮਝ ਨਹੀਂ ਆਉਂਦਾ। ਮੂਰਖਤਾ ਨਾਲ ਜਾਂ ਬਹੁਤ ਜ਼ਿਆਦਾ ਗੱਲ ਕਰਨ ਦੇ ਲਈ ਬੜਬੜਾਉਣਾ ਜਾਂ ਬੁੜਬੁੜਾਉਣਾ। ਸ਼ਬਦਾਂ ਅਤੇ ਧੁਨੀਆਂ ਦਾ ਅਰਥਹੀਨ ਭੰਬਲਭੂਸਾ। ਦੋਸਤੋ, ਮੈਂ ਇੱਥੇ ਕੁਝ ਦੱਸਣਾ ਚਾਹਾਂਗੀ ਇਸ ਬਾਬਲ ਨਾਲ ਸੰਬੰਧਿਤ ਹੋਰ ਕੁਝ ਦਿਲਚਸਪ। ਮੱਤੀ 6:7 ਵਿੱਚ ਯੀਸ਼ੂ ਦੁਆਰਾ ਗੰਭੀਰ ਹਦਾਇਤ ਦਿੱਤੀ ਜਾਂਦੀ ਹੈ, ਜਦ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਮੰਤਰਾਂ ਵਾਂਗ ਬੇਕਾਰ ਦੁਹਰਾਇਆ ਨਾ ਕਰੋ ਜਾਂ ਫਿਰ ਉਸ ਦੁਆਰਾ ਬਬਲਿੰਗ ਜਿਵੇਂ ਕਿ ਸਿਰਫ ਪੁਜਾਰੀ ਕਰਦੇ ਹੋ ਕਿਉਂਕਿ ਉਹ ਸੋਚਦੇ ਹਨ ਕਿ ਉਹਨਾਂ ਦੀ ਹੀ ਸੁਣਾਈ ਹੋਵੇਗੀ ਔਰ ਉਹਨਾਂ ਦੇ ਬਹੁਤੇ ਸਾਰੇ ਸ਼ਬਦਾਂ ਦੇ ਕਾਰਨ। ਇਸ ਲਈ ਧਰਮ ਦੇ ਮਾਮਲਿਆਂ ਵਿੱਚ ਜਦ ਕੋਈ ਚਰਚ ਮਨੁੱਖ ਦੇ ਵਿਚਾਰਾਂ ਨੂੰ ਸਵੀਕਾਰ ਕਰਦਾ ਹੈ ਪਰਮੇਸ਼ਵਰ ਦੀ ਹਦਾਇਤ ਦੀ ਬਜਾਏ ਉਹ ਚਿੱਕੜ ਅਤੇ ਉਲਝਣ ਵਿੱਚ ਪੈ ਜਾਂਦੇ ਹਨ। ਇਹ ਮਨੁੱਖ ਦੇ ਭੰਬਲਭੂਸੇ ਵਾਲੇ ਵਿਚਾਰ ਬਣ ਜਾਂਦੇ ਹਨ। ਮਨੁੱਖ ਦੀ ਪਰੰਪਰਾ ਨੂੰ ਬਬਲ ਕਰਨਾ ਅਤੇ ਜਦੋਂ ਕੋਈ ਚਰਚ ਭੰਬਲਭੂਸੇ ਵਿੱਚ ਪੈ ਜਾਂਦਾ ਹੈ ਉਹ ਆਪਣੀ ਸਾਰੀ ਪਰਮੇਸ਼ਵਰ ਦੀ ਸ਼ਕਤੀ ਨੂੰ ਗਵਾ ਬੈਠਦਾ ਹੈ। ਇਸ ਦੇ ਉਲਟ ਜਦੋਂ ਕੋਈ ਚਰਚ ਸਪਸ਼ਟ ਰੂਪ ਵਿੱਚ ਪਰਮੇਸ਼ਵਰ ਦੇ ਸਿੱਧੇ ਸਾਦੇ ਸੱਚ ਦੇ ਪ੍ਰਚਾਰ ਕਰਦਾ ਹੈ ਇਹ ਬੈਬਲਿੰਗ ਨਹੀਂ ਹੈ, ਇਹ ਘੋਸ਼ਣਾ ਕਰ ਰਿਹਾ ਹੈ। ਇੱਕ ਬਹੁਤ ਵੱਡਾ ਫਰਕ ਹੈ ਇਸ ਵਿੱਚ ਸੱਚ ਦਾ ਐਲਾਨ ਕਰਨਾ ਅਤੇ ਬੈਬਲਿੰਗ ਪਰੰਪਰਾ ਦੇ ਵਿਚਕਾਰ। ਬੈਬੀਲੋਨ ਦਾਨੀਅਲ ਵਿੱਚ 4:30 ਵਜੇ ਕਹਿੰਦਾ ਹੈ, ਬਾਦਸ਼ਾਹ ਨੇ ਕਿਹਾ ਕਿ ਇਹ ਮਹਾਨ ਬੈਬੀਲੋਨ ਨਹੀਂ ਹੈ, ਮੈਂ ਸ਼ਾਹੀ ਰਿਹਾਇਸ਼
ਲਈ ਬਣਾਇਆ ਹੈ, ਮੇਰੀ ਸ਼ਕਤੀ ਅਤੇ ਮੇਰੀ ਸ਼ਾਨ ਦੇ ਲਈ। ਅਧਿਆਤਮਿਕ ਬੈਬੀਲੋਨ ਪ੍ਰਤੀਨਿਧਾ ਕਰਦਾ ਹੈ ਮਨੁੱਖ ਦੁਆਰਾ ਬਣਾਇਆ ਧਰਮ, ਮਨੁੱਖੀ ਵਿਚਾਰਾਂ ਉੱਤੇ ਆਧਾਰਿਤ ਮਨੁੱਖੀ ਸਿੱਖਿਆਵਾਂ। ਮਨੁੱਖ ਦੁਆਰਾ ਬਣਾਏ ਧਰਮ ਦਾ ਇੱਕ ਰੂਪ ਹੈ ਜੋ ਚਲਾਕ ਹੁਸ਼ਿਆਰ ਮਨੁੱਖੀ ਧਾਰਮਿਕ ਆਗੂਆਂ ਦੁਆਰਾ ਬਣਾਇਆ ਗਿਆ ਹੈ, ਜੋ ਕਿ ਸ਼ੁਭ ਸਮਾਚਾਰ ਦੀ ਸ਼ਕਤੀ ਦੇ ਵਿਰੁੱਧ ਵਿੱਚ ਹੈ ਅਤੇ ਉਹ ਸੱਚਾ ਗਿਰਜਾਘਰ ਜੋ ਯੀਸ਼ੂ ਨੇ ਬਣਾਇਆ ਸੀ। ਯੀਸ਼ੂ ਸਾਨੂੰ ਆਰਾਧਨਾ ਦੇ ਸਾਰੇ ਮਨੁੱਖੀ ਪ੍ਰਬੰਧਾਂ ਤੋਂ ਬੁਲਾ ਰਿਹਾ ਹੈ, ਇਹ ਸਾਨੂੰ ਬਾਈਬਲ ਵੱਲ ਵਾਪਸ ਭੇਜ ਰਿਹਾ ਹੈ ਤਾਂ ਜੋ ਧਰਮ ਗ੍ਰੰਥ ਦੇ ਵਫਾਦਾਰ ਅਸੀਂ ਵਾਪਸ ਹੋ ਸਕੀਏ। ਉਹ ਸਾਨੂੰ ਆਪਣੇ ਸ਼ਬਦ ਦੇ ਪ੍ਰਤੀ ਵਫਾਦਾਰ ਲੈ ਕੇ ਜਾ ਰਿਹਾ ਹੈ। ਯੀਸ਼ੂ ਦਾ ਚਰਚ ਜਾਂ ਕਲੀਸਿਆ ਕੋਈ ਮਨੁੱਖ ਨਿਰਮਿਤ ਸੰਸਥਾ ਨਹੀਂ ਹੈ, ਕਿਉਂਕਿ ਇਹ ਯੀਸ਼ੂ ਨੇ ਖੁਦ ਬਣਾਈ ਹੈ। ਕੋਲੋਸੀਅਨ ਉਹਦੀ 1:18 ਵਿੱਚ ਲਿਖਿਆ ਹੈ, ਉਹ ਉਸ ਸਰੀਰ ਦਾ ਮੁਖੀ ਹੈ। ਕਲੀਸਿਆ ਜੋ ਕਿ ਸ਼ੁਰੂ ਹੈ, ਇਹ ਹਰ ਇੱਕ ਚੀਜ਼ ਉਸ ਦੇ ਵਿੱਚ ਪ੍ਰਮਾਣਤਾ ਹੋ ਸਕਦੀ ਹੈ। ਯੀਸ਼ੂ ਸੱਚੇ ਚਰਚ ਵਿੱਚ ਨੰਬਰ 1 ਤੇ ਹੈ ਤੇ ਪ੍ਰਮਿਤੀ ਬਣਾਈ ਰੱਖਦਾ ਹੈ। ਸਵਰਗ ਵਿੱਚ ਮਸੀਹ ਚਰਚ ਦਾ ਇੱਕੋ ਇੱਕ ਮੁਖੀ ਹੈ। ਪੁਰਾਣੇ ਟੈਸਟ ਵਿੱਚ ਅਰਥੀ ਬੈਬੀਲੋਨ ਦਾ ਸਿਰ ਧਰਤੀ ਦਾ ਸੀ। ਜਦੋਂ ਕਿ ਬੈਬੀਲੋਨੀਅਨ ਕਿੰਗ ਬੋਲਿਆ ਤਾਂ ਇਹ ਕਾਨੂੰਨ ਸੀ। ਰਾਜਾ ਨੇਬੂਕਦਨੇਜ਼ਰ ਆਪਣੇ ਮੰਦਰ ਵਿੱਚ ਆਪਣੇ ਸ਼ਾਹੀ ਸਿਆਸਨ ਤੇ ਬੈਠਾ ਸੀ ਅਤੇ ਇੱਕ ਰੱਬ ਦੇ ਰੂਪ ਵਿੱਚ ਰਾਜ ਕਰਦਾ ਸੀ। ਉਸ ਦੇ ਹੁਕਮ ਏਦਾਂ ਸਨ ਜਿਵੇਂ ਉਹ ਸੋਚਦਾ ਸੀ ਕਿ ਰੱਬ ਦੀ ਆਵਾਜ਼ ਸਨ। ਯਿਸੂ ਸਾਨੂੰ ਚੇਤਾਵਨੀ ਦੇ ਰਿਹਾ ਹੈ ਕਿ ਸਾਨੂੰ ਦੇਖਣਾ ਅਜਿਹੀ ਪ੍ਰਣਾਲੀ ਜੋ ਕਿ ਉੱਪਰ ਉਠੇਗੀ। ਸਾਨੂੰ ਅਧਿਆਤਮਕ ਬੈਬੀਲੋਨ ਕਿਹਾ ਜਾਂਦਾ ਹੈ, ਜਿਸ ਕੋਲ ਇੱਕ ਅਧਿਆਤਮਕ ਆਗੂ ਹੋਵੇਗਾ ਜੋ ਪਰਮੇਸ਼ਵਰ ਦੇ ਤੌਰ ਤੇ ਬੋਲਣ ਦਾ ਦਾਅਵਾ ਕਰੇਗਾ। ਪਰਮੇਸ਼ਵਰ ਦੀ ਥਾਂ ਤੇ ਬੋਲਣ ਦਾ ਦਾਅਵਾ ਕਰਨ ਵਾਲਾ ਮਨੁੱਖ ਕੀ ਦਾਅਵਾ ਕਰਦਾ ਹੈ? ਅਧਿਆਤਮਕ ਬੈਬੀਲੋਨ ਕੋਲ ਇੱਕ ਅਜਿਹਾ ਆਗੂ ਹੋਵੇਗਾ ਜੋ ਦਾਅਵਾ ਕਰਦਾ ਹੈ ਕਿ ਉਸਦੇ ਸ਼ਬਦ ਵਿੱਚ ਅਧਿਕਾਰ ਅਤੇ ਸ਼ਕਤੀ ਹੈ, ਆਪਣੇ ਤਖਤ ਤੋਂ ਬੋਲਦੇ ਸਮੇਂ, ਜਿਵੇਂ ਕਿ ਉਹ ਸਵਰਗ ਦਾ ਹੀ ਰੱਬ ਹੋਵੇ। ਪਹਿਲੀ ਪਛਾਣ ਵਿਸ਼ੇਸ਼ਤਾ ਅਧਿਆਤਮਕ ਬੈਬੀਲੋਨ ਦਾ ਇਹ ਹੈ ਕਿ ਇਸਦਾ ਸਰ ਧਰਤੀ ਦਾ ਹੈ ਜੋ ਪਰਮੇਸ਼ਵਰ ਦੀ ਥਾਂ ਪਰਮੇਸ਼ਵਰ ਲਈ ਬੋਲਦਾ ਹੈ। ਦੂਜਾ ਥੈਸਲੋਨੀਓ 2:4 ਉਹ ਜੋ ਵਿਰੋਧ ਕਰਦਾ ਹੈ ਅਤੇ ਆਪਣੇ ਆਪ ਨੂੰ ਇਸ ਤੋਂ ਉੱਪਰ ਉੱਚਾ ਕਰ ਲੈਂਦਾ ਹੈ, ਰੱਬ ਕਹਿੰਦਾ ਹੈ ਉਸਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਪਰਮੇਸ਼ਵਰ ਦੇ ਮੰਦਰ ਵਿੱਚ ਪਰਮੇਸ਼ਵਰ ਦੇ ਰੂਪ ਦੇ ਵਿੱਚ ਬੈਠੇ, ਇਹ ਦਿਖਾਉਣ ਲਈ ਕਿ ਉਹ ਪਰਮੇਸ਼ਵਰ ਹੈ। ਇਸਾਇਆ ਉਸਦੀ 37:7 ਹੇ ਪਰਮੇਸ਼ਵਰ ਇਜ਼ਰਾਈਲ ਦੇ ਰਾਜਾ ਜੋ ਕਿ ਚਰੂਬਮ ਦੇ ਵਿਚਕਾਰ ਹੈ, ਤੂੰ ਹੀ ਰੱਬ ਹੈ ਤੇ ਅਕੇਲਾ ਤੂੰ ਹੀ ਹੈ। ਅਸਲ ਵਿੱਚ ਇਹ ਨਿੰਦਿਆ ਦਾ ਅੰਤਿਮ ਕਾਰਜ ਹੈ। ਉਹ ਆਪਣੇ ਆਪ ਨੂੰ ਦੋ ਸੁਨਹਿਰੀ ਚੈਰੂਬਿਮ ਦੇ ਵਿਚਕਾਰ ਬਿਠਾ ਲੈਂਦਾ ਹੈ। ਚਿੱਟੇ ਰੰਗ ਦੀ ਲਾਈਨਨ ਵਿੱਚ ਉਹ ਪਰਮੇਸ਼ਵਰ ਦੀ ਤਰ੍ਹਾਂ ਕੱਪੜੇ ਪਾਉਂਦਾ ਹੈ। ਇੱਥੋਂ ਤੱਕ ਕਿ ਇਹਨਾਂ ਦੇ ਸਮੇਂ ਵਿੱਚ ਪੌਲਸ ਨੇ ਚਰਚ ਵਿੱਚ ਗਲਾਤੀਆਂ ਨੂੰ ਦੇਖਿਆ ਜੋ ਰਾਹ ਤਿਆਰ ਕਰੇਗਾ ਤੇ ਜੋ ਪਾਪਸੀ ਦੇ ਵਿਕਾਸ ਦੇ ਲਈ ਗੈਰ ਯਹੂਦੀ ਰੀਤੀ ਰਿਵਾਜਾਂ ਨੇ ਚਰਚ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਪੌਲ ਆਪਣੇ ਭਰਾ ਨੂੰ ਇਸ ਵਿੱਚ ਚੇਤਾਵਨੀ ਦਿੰਦਾ ਹੈ ਕਿਉਂਕਿ ਅਰਾਜਕਤਾ ਦਾ ਰਹੱਸ ਪਹਿਲੇ ਹੀ ਕੰਮ ਤੇ ਹੈ। ਦੂਜਾ ਥੈਸਲੋਨੀਕੋ 2:7 ਪਰ ਇੱਕ ਹੋਰ ਚੀਜ਼ ਇਸ ਬੈਬੀਲੋਨ ਸਿਸਟਮ ਦੇ ਬਾਰੇ। ਬੈਬੀਲੋਨ ਚਿੱਤਰ ਪੂਜਾ ਦਾ ਕੇਂਦਰ ਸੀ। ਸਾਰੇ ਪੁਰਾਣੇ ਸਬੂਤਾਂ ਦੇ ਰਾਹੀਂ ਡੂੰਘੀ ਸਮਝ ਸਾਨੂੰ ਹੋਣੀ ਚਾਹੀਦੀ ਹੈ ਸਤਾਰਾ ਦੇ ਰਹੱਸ ਬੈਬੀਲੋਨ ਦਾ ਖੁਲਾਸਾ। ਆਓ ਪੁਰਾਣੇ ਨਿਯਮ ਬੈਬੀਲੋਨ ਤੋਂ ਅੰਤਰਦ੍ਰਿਸ਼ਟੀ ਇਕੱਠੇ ਕਰੀਏ। ਬੈਬੀਲੋਨ ਵਿੱਚ ਚਿੱਤਰ ਪੂਜਾ ਵਧੀ ਜਦਕਿ ਯਿਸੂ ਮਸੀਹ ਸਾਨੂੰ ਸੱਦਾ ਦਿੰਦਾ ਹੈ ਸਿੱਧਾ ਉਸਦੇ ਕੋਲ ਜਾਣ ਦੇ ਲਈ। ਸਾਨੂੰ ਸਾਡੇ ਵਿਚਕਾਰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਜਿਵੇਂ ਕਿ ਚਿੱਤਰ ਪੁਜਾਰੀ ਜਾਂ ਸੰਤ। ਯਿਸੂ ਦੇ ਕੋਲ ਜਾਣ ਦੇ ਲਈ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ, ਨਾ ਹੀ ਚਿੱਤਰ ਪੁਜਾਰੀ ਜਾਂ ਕੋਈ ਸੰਤ। ਉਹ ਤੁਹਾਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਤੁਹਾਨੂੰ ਉਸਦੇ ਨੇੜੇ ਚਾਹੁੰਦਾ ਹੈ। ਤੁਹਾਡੇ ਅਤੇ ਤੁਹਾਡੇ ਮੁਕਤੀਦਾਤਾ ਵਿਚਕਾਰ ਕੁਝ ਵੀ ਆਉਣ ਦੀ ਲੋੜ ਨਹੀਂ ਹੈ। 20:4 ਅਤੇ 5 ਨੂੰ ਦੇਖੋ। ਪਰਮੇਸ਼ਵਰ ਕਹਿੰਦਾ ਹੈ ਕਿ ਤੁਸੀਂ ਉਸ ਨੂੰ ਨਹੀਂ ਬਣਾ ਸਕਦੇ। ਆਪਣੇ ਲਈ ਇੱਕ ਨਕਾਸ਼ੀ ਕੀਤੀ ਗਈ ਤਸਵੀਰ ਕਿਸੇ ਵੀ ਤਰ੍ਹਾਂ ਦੀ ਜਾਂ ਸਵਰਗ ਉੱਪਰ ਜਾਂ ਕਿਸੇ ਵੀ ਚੀਜ਼ ਦਾ ਧਰਤੀ ਦੇ ਹੇਠਾਂ ਜਾਂ ਧਰਤੀ ਦੇ ਹੇਠਾਂ ਦੇ ਪਾਣੀ ਦੇ ਵਿੱਚ ਤੁਸੀਂ ਉਹਨਾਂ ਨੂੰ ਮੱਥਾ ਨਹੀਂ ਟੇਕਣਾ, ਨਾ ਹੀ ਉਹਨਾਂ ਦੀ ਸੇਵਾ ਕਰਨੀ ਹੈ। ਮੇਰੇ ਲਈ ਪ੍ਰਭੂ ਕਹਿੰਦਾ ਹੈ ਕਿ ਮੈਂ ਈਰਖਾ ਕਰਦਾ ਹਾਂ ਔਰ ਮੈਂ ਈਰਖਾ ਕਰਨ ਵਾਲਾ ਪਰਮੇਸ਼ਵਰ ਹਾਂ ਤੁਹਾਡਾ। ਕੀ ਤੁਸੀਂ ਇਹ ਸੁਣਿਆ? ਯੀਸ਼ੂ ਕਹਿੰਦਾ ਹੈ ਕਿ ਚਿੱਤਰਾਂ ਦੀ ਵਰਤੋਂ ਨਾ ਕਰੋ। ਤੁਹਾਡੀ ਆਰਾਧਨਾ ਸੇਵਾ ਵਿੱਚ ਬੈਬੀਲੋਨ ਨੇ ਚਿੱਤਰਾਂ ਦੀ ਵਰਤੋਂ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਚਿੱਤਰ ਲੱਭੇ। ਉਹਨਾਂ ਦਾ ਪਵਿੱਤਰਵਾਦ ਤੋਂ ਰੋਮ ਤੱਕ ਦਾ ਰਸਤਾ ਅਤੇ ਫਿਰ ਈਸਾਈ ਚਰਚ ਵਿੱਚ ਵੜ ਗਿਆ। ਚਰਚ ਪਿਤਾ ਅਤੇ ਨੇਤਾ ਸਮਝਦੇ ਹਨ ਇਹ ਤਸਵੀਰਾਂ ਪਵਿੱਤਰ ਹਨ। ਥਿਓਡੋਰ ਮੇਨਰੋਡ ਜੋ ਆਪਣੀ ਕਿਤਾਬ ਵਿੱਚ ਇੱਕ ਕੈਥੋਲਿਕ ਇਤਿਹਾਸਕਾਰ ਹੈ, ਅਮਰੀਕਨ ਕੈਥੋਲਿਕਵਾਦ ਦੀ ਕਹਾਣੀ ਵਿੱਚ ਕਹਿੰਦਾ ਹੈ ਕੈਥੋਲਿਕ ਧਰਮ ਬਹੁਤ ਜ਼ਿਆਦਾ ਹੈ, ਬਹੁਤ ਉਸਦੇ ਪੁਜਾਰੀ ਹਨ।
ਕੈਥੋਲਿਕ ਧਰਮ ਉਸ ਦੋਸ਼ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਅਤੇ ਉਸ ਨੂੰ ਮਾਨ ਵੀ ਦੇਣ ਲਈ ਤਿਆਰ ਹੈ। ਮਹਾਨ ਭਗਵਾਨ ਪੈਨ ਅਸਲ ਵਿੱਚ ਮਰਿਆ ਨਹੀਂ ਹੈ, ਉਸਨੇ ਬਪਤਿਸਮਾ ਲਿਆ ਹੈ। ਅੰਤਿ ਹਵਾਲਾ ਬਾਈਬਲ ਸਪਸ਼ਟ ਰੂਪ ਵਿੱਚ ਦੁਹਰਾਉਂਦੀ ਹੈ, ਪਰਮੇਸ਼ਵਰ ਅਤੇ ਮਨੁੱਖ ਦੇ ਵਿਚਕਾਰ ਕੇਵਲ ਇੱਕ ਵਿਚੋਲਾ ਹੈ ਅਤੇ ਉਹ ਯਿਸੂ ਹੈ। ਤੁਹਾਡੀ ਮੁਕਤੀ, ਤੁਹਾਡਾ ਰਸਤਾ ਸਦੀਵੀ ਜੀਵਨ ਉਸ ਦੇ ਰਾਹੀਂ ਹੈ, ਨਾ ਉਸ ਦੀ ਮਾਂ ਜਾਂ ਉਸ ਦੇ ਕਿਸੇ ਸਾਥੀ ਦੇ ਰਾਹੀਂ। ਯਿਸੂ ਨੇ ਯਹੂਨਾ 14:6 ਵਿੱਚ ਐਲਾਨ ਕੀਤਾ, ਮੈਂ ਰਾਹ ਹਾਂ, ਸੱਚ ਅਤੇ ਜੀਵਨ ਵੀ ਮੈਂ ਹੀ ਹਾਂ। ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਜਾ ਸਕਦਾ ਅਤੇ ਜਦੋਂ ਤੱਕ ਤੁਸੀਂ ਇਹ ਨਹੀਂ ਮੰਨਦੇ ਕਿ ਮੈਂ ਉਹ ਹਾਂ, ਤੂੰ ਆਪਣੇ ਪਾਪਾਂ ਵਿੱਚ ਹੀ ਮਰੇਗਾ। ਯਹੂਨਾ 8:24 ਪਤਰਸ ਨੇ ਇਹਨਾਂ ਸ਼ਬਦਾਂ ਨੂੰ ਦੁਹਰਾਇਆ, ਨਾ ਹੀ ਕਿਸੇ ਹੋਰ ਵਿੱਚ ਮੁਕਤੀ ਹੈ, ਕਿਉਂਕਿ ਸਵਰਗ ਦੇ ਹੇਠਾਂ ਹੋਰ ਕੋਈ ਨਾਂ ਨਹੀਂ ਹੈ ਮਨੁੱਖ ਜਿਸ ਤੋਂ ਬਚ ਸਕਣ। ਮਨੁੱਖਾਂ ਨੂੰ ਬਚਾਉਣ ਲਈ ਸਿਰਫ ਯਿਸੂ ਹੈ। ਲੱਖਾਂ ਈਸਾਈਆਂ ਪੂਜਦੇ ਹਨ ਅਖੌਤੀ ਚਿੱਤਰ ਪੂਜਾ ਦੀਆਂ ਵਸਤੂਆਂ ਵਜੋਂ। ਇਹ ਇੱਕ ਨਕਲੀ ਧਿਆਨ ਭਟਕਾਉਣ ਵਾਲਾ ਹੈ, ਕੇਵਲ ਉਸ ਤੋਂ ਦੂਰ ਜੋ ਤੁਹਾਨੂੰ ਬਚਾ ਸਕਦਾ ਹੈ। ਇਹ ਸ਼ੈਤਾਨ ਦੇ ਧੋਖੇ ਵਿੱਚ ਇੱਕ ਹੈ ਤਾਂ ਜੋ ਮਨੁੱਖ ਮਨ ਨੂੰ ਪਰਮੇਸ਼ਵਰ ਦੇ ਸ਼ਬਦ ਦੀ ਸੱਚਾਈ ਤੋਂ ਬਦਲਾਂ ਵਿੱਚ ਧੱਸ ਜਾਵੇ। ਤੀਜੀ ਮਹੱਤਵਪੂਰਨ ਵਿਸ਼ੇਸ਼ਤਾ ਸਾਨੂੰ ਇਹ ਜਾਣਨ ਦੀ ਲੋੜ ਹੈ, ਪਰ ਪੁਰਾਣਾ ਨਿਯਮ ਬੈਬੀਲੋਨ ਇਹ ਮੌਤ ਬਾਰੇ ਝੂਠੀਆਂ ਸਿੱਖਿਆਵਾਂ ਦਾ ਕੇਂਦਰ ਸੀ। ਇਸਨੇ ਨਕਲੀ ਨੂੰ ਸਿਖਾਇਆ ਇਸ ਬਾਰੇ ਜੋ ਤੁਸੀਂ ਮਰ ਜਾਂਦੇ ਹੋ ਤਾਂ ਤੁਹਾਡੇ ਨਾਲ ਕੀ ਵਾਪਰਦਾ ਹੈ। ਇਹ ਉਹ ਥਾਂ ਹੈ ਜਿੱਥੇ ਤੁਹਾਨੂੰ ਪੁਜਾਰੀ ਸਿਧਾਂਤ ਮਿਲਦਾ ਹੈ ਅਤੇ ਆਤਮਾ ਦੀ ਅਮਰਤਾ। ਇਹ ਗਲਤ ਵਿਚਾਰ ਹੈ ਕਿ ਮੁਰਦਿਆਂ ਦੀ ਜ਼ਿੰਦਗੀ ਜਿਉਂਦੀ ਹੈ। ਝੂਠ ਕਿ ਤੁਸੀਂ ਉੱਥੇ ਮਰਦੇ ਹੋ। ਇੱਕ ਅਮਰ ਆਤਮਾ ਹੈ ਜੋ ਅੰਦਰੂਨੀ ਤੌਰ ਤੇ ਜਾਰੀ ਰਹਿੰਦੀ ਹੈ। ਇਹ ਈਸਾਈ ਧਰਮ ਤੋਂ ਨਹੀਂ ਆਉਂਦਾ ਅਤੇ ਨਿਸ਼ਚਿਤ ਤੌਰ ਤੇ ਬਾਈਬਲ ਤੋਂ ਤਾਂ ਬਿਲਕੁਲ ਵੀ ਨਹੀਂ। ਇਜ਼ਕੀਏਲ 8:13 ਅਤੇ 14 ਅਤੇ ਈਸ਼ਵਰ ਨੇ ਇਜ਼ਕੀਏਲ ਨੂੰ ਕਿਹਾ, ਮੁੜ ਜਾਓ ਤੇ ਤੁਹਾਨੂੰ ਹੋਰ ਵੀ ਜ਼ਿਆਦਾ ਅਪਮਾਨ ਨਜ਼ਰ ਆਉਣਗੇ। ਭਾਵ ਉਹ ਜੋ ਕਰ ਰਹੇ ਹਨ ਉਹ ਨਿੰਦਣਯੋਗ ਕਾਰਵਾਈਆਂ ਹਨ। ਤਾਂ ਉਹ ਰੱਬ ਮੈਨੂੰ ਦਰਵਾਜ਼ੇ ਤੇ ਲੈ ਆਇਆ, ਪ੍ਰਭੂ ਦੇ ਘਰ ਦੇ ਉੱਤਰੀ ਗੇਟ ਤੇ, ਅਤੇ ਮੇਰੀ ਨਿਰਾਸ਼ਾ ਵਾਲੀ ਔਰਤਾਂ ਬੈਠੀਆਂ ਸਨ। ਤਮੁਜ ਲਈ ਰੋ ਰਿਹਾ ਸੀ। ਹੁਣ ਤਮੁਜ ਕੌਣ ਹੈ? ਤਮੁਜ ਬਨਸਪਤੀ ਦਾ ਦੇਵਤਾ ਹੈ। ਬੈਬੀਲੋਨੀਆ ਦਾ ਵਿਸ਼ਵਾਸ ਸੀ ਕਿ ਜਦੋਂ ਸਰਦੀਆਂ ਹੋਈਆਂ ਹੋ ਜਾਂਦੀਆਂ ਹਨ, ਅਸਮਾਨ ਅਤੇ ਰਾਤਾਂ ਲੰਮੀਆਂ ਸਨ, ਕਿ ਤਮੁਜ ਦੀ ਮੌਤ ਹੋ ਗਈ ਸੀ, ਪਰ ਬਸੰਤ ਰੁੱਤ ਵਿੱਚ ਉਹ ਮੁੜ ਜੀਵਿਤ ਹੋ ਜਾਵੇਗਾ। ਤੇ ਪਰਮੇਸ਼ਵਰ ਦੇ ਕੁਝ ਲੋਕ ਯਹੂਦੀ ਬੈਬੀਲੋਨ ਤੋਂ ਇਸ ਗਲਤ ਵਿਚਾਰ ਨੂੰ ਸਵੀਕਾਰ ਕਰ ਚੁੱਕੇ, ਪੁਜਾਰੀਵਾਦ ਤੋਂ ਸਿੱਧਾ ਬਾਹਰ ਆ ਕੇ। ਇਸ ਲਈ ਇਜ਼ਕੀਏਲ ਉਹਨਾਂ ਨੂੰ ਤਮੁਜ ਦੀ ਪੂਜਾ ਕਰਨ ਦਾ ਵਰਣਨ ਕਰਦਾ ਹੈ ਕਿ ਉਹ ਮੁਰਦਿਆਂ ਦੀ ਪੂਜਾ ਕਰ ਰਹੇ ਸਨ। ਇਹ ਝੂਠਾ ਸਿਧਾਂਤ ਜਿਸ ਤੇ ਮੁਰਦੇ ਜਿਉਂਦੇ ਹਨ ਅਤੇ ਆਤਮਾ ਅਮਰ ਹੈ, ਜੋ ਪੁਰਾਣੇ ਨਿਯਮ ਵਿੱਚ ਸ਼ਾਮਿਲ ਹੋ ਜਾਂਦੀ ਹੈ। ਗਿਰਜਾਘਰ ਸਿੱਧੇ ਤੌਰ ਤੇ ਪੁਜਾਰੀਵਾਦ ਤੋਂ ਹੈ। ਦੋਸਤੋ, ਤੁਹਾਡੇ ਵਿੱਚੋਂ ਉਹ ਲੋਕ ਜੋ ਹਰ ਰਾਤ ਮੇਰੇ ਨਾਲ ਆ ਰਹੇ ਹਨ, ਜਾਣੋ ਮੌਤ ਬਾਰੇ ਬਾਈਬਲ ਕੀ ਕਹਿੰਦੀ ਹੈ। 9:5 ਜਦੋਂ ਦੇਖਦੇ ਹਾਂ, ਜਿਉਂਦੇ ਲੋਕਾਂ ਨੂੰ ਪਤਾ ਹੈ ਕਿ ਉਹ ਮਰ ਜਾਣਗੇ, ਪਰ ਮੁਰਦਿਆਂ ਨੂੰ ਕੁਝ ਨਹੀਂ ਪਤਾ ਅਤੇ ਉਹਨਾਂ ਕੋਲ ਹੋਰ ਕੋਈ ਇਨਾਮ ਨਹੀਂ ਹੈ, ਕਿਉਂਕਿ ਉਹਨਾਂ ਦੀ ਯਾਦ ਭੁੱਲ ਜਾਂਦੀ ਹੈ। ਸ਼ੈਤਾਨ ਦਾ ਮਨੁੱਖੀ ਨਸਲ ਦਾ ਪਹਿਲਾ ਝੂਠ ਸੀ, ਤੂੰ ਤਾਂ ਮਰ ਹੀ ਨਹੀਂ ਸਕਦਾ। ਉਸਨੇ ਯੋਜਨਾ ਦਿੱਤੀ ਈਵ ਨੂੰ ਕਿ ਤੂੰ ਅਮਰ ਹੈ। ਉਸਨੇ ਉਸਨੂੰ ਯੋਜਨਾ ਦਿੱਤੀ ਸੀ ਔਰ ਇਹ ਪ੍ਰਾਚੀਨ ਝੂਠ ਅਜੇ ਵੀ ਹਜ਼ਾਰਾਂ ਸਾਲਾਂ ਬਾਅਦ ਵੀ ਮਨੁੱਖਾਂ ਨੂੰ ਧੋਖਾ ਦਿੱਤਾ ਜਾਂਦਾ ਹੈ। ਆਤਮਾ ਦੀ ਅਮਰਤਾ ਜਾਂ ਮੁਰਦਿਆਂ ਦੀ ਪੂਜਾ ਕਰਨਾ ਚਿੱਤਰਾਂ ਦੇ ਸਾਹਮਣੇ ਝੁਕਦੇ ਹੋਏ, ਜੋ ਕਿ ਮੰਨਿਆ ਜਾਂਦਾ ਹੈ ਕਿ ਮੁਰਦਿਆਂ ਦੀ ਪ੍ਰਤੀਨਿਧੀ ਉਹ ਕਰਦਾ ਹੈ। ਇਹ ਸਾਰੇ ਨਕਲੀ ਵਿਚਾਰ ਹਨ ਜਿਨ੍ਹਾਂ ਦੀ ਅਗਵਾਈ ਕੀਤੀ ਗਈ ਹੈ ਮੁਰਦਿਆਂ ਲਈ ਭੇਟਾ ਲਿਆਉਣ ਦੇ ਪੁਜਾਰੀ ਸਿਧਾਂਤ ਤੋਂ। ਆਓ ਝੂਠੇ ਸਿਧਾਂਤ ਨੂੰ ਵੇਖੀਏ। ਸੰਤਾਂ ਦੇ ਜੋ ਆਸ-ਪਾਸ ਘੁੰਮਦੇ ਹੋਣ, ਇਹ ਉਸ ਚੀਜ਼ਾਂ ਦੇ ਵਿਰੁੱਧ ਹਨ ਜੋ ਅਸੀਂ ਇਕੱਠੇ ਪੜ੍ਹਿਆ ਹੈ। ਅਸੀਂ ਇਸ ਗੱਲ ਦਾ ਅਧਿਐਨ ਕੀਤਾ ਹੈ ਕਿ ਬਾਈਬਲ ਮੌਤ ਨੂੰ ਸੌਣ ਦੇ ਬਰਾਬਰ ਕਿਵੇਂ ਕਰਦੀ ਹੈ। 50 ਵਾਰ ਅਸੀਂ ਸ਼ਾਸਤਰ ਦੇ ਵਿੱਚ ਦੇਖਿਆ ਹੈ, ਕਿਉਂਕਿ ਮ੍ਰਿਤਕ ਆਪਣੀ ਕਬਰਾਂ ਵਿੱਚ ਹਨ। ਫਿਰ ਇਹ ਹੋਵਰਿੰਗ ਸਪਿਰਿਟਸ ਕੌਣ ਹਨ? ਉਹ ਮਰੇ ਹੋਏ ਲੋਕ ਨਹੀਂ ਹਨ। ਖੁਲਾਸਾ 16:14 ਸਾਨੂੰ ਦੱਸਦਾ ਹੈ ਪ੍ਰਕਾਸ਼ਨ ਦੇ ਵਿੱਚ, ਕਿਉਂਕਿ ਉਹ ਦੈਂਤਾਂ ਦੇ ਸੰਕੇਤ ਪੇਸ਼ ਕਰ ਰਹੇ ਹਨ ਜੋ ਕਿ ਰਾਜਾਂ ਕੋਲ ਜਾਂਦਾ ਹੈ, ਧਰਤੀ ਅਤੇ ਸਾਰੀ ਦੁਨੀਆ। ਦੂਜਾ ਰਾਜਾ 23:24 ਵਿੱਚ। ਇਸ ਤੋਂ ਇਲਾਵਾ ਕੌਮੇ ਜਾਣਾ ਪਹਿਚਾਣਾ ਆਤਮਾਵਾਂ ਨਾਲ ਅਤੇ ਜਾਦੂਗਰ, ਚਿੱਤਰ ਤੇ ਮੂਰਤੀਆਂ ਅਤੇ ਉਹ ਸਾਰੇ ਘਿਨੌਣੇ ਜੋ ਜਾਸੂਸੀ ਕੀਤੇ ਗਏ ਹਨ ਯਹੂਦਾ ਦੀ ਧਰਤੀ ਤੇ ਯਰੂਸ਼ਲਮ ਵਿੱਚ, ਕਿ ਯੂਸੀਆ ਨੇ ਦੂਰ ਕੀਤਾ ਸੀ, ਉਹ ਕਾਨੂੰਨ ਦੇ ਸ਼ਬਦਾਂ ਨੂੰ ਕਰ ਸਕਦਾ ਹੈ। ਇਸ ਬਾਰੇ ਸੋਚੋ। ਅਮਰ ਹੋਣ ਵਾਲੇ ਆਤਮਾ ਦੀ ਸਿੱਖਿਆ ਮਸੀਹ ਦੇ ਦੂਜੇ ਆਉਣ ਦੀ ਸ਼ਕਤੀ ਨੂੰ ਖੋਹ ਲੈਂਦੀ ਹੈ। ਤਾਂ ਸਾਨੂੰ ਇਸ ਧਰਤੀ ਤੋਂ ਬਚਾਉਣ ਲਈ ਮੁਕਤੀਦਾਤਾ ਦੀ ਲੋੜ ਕਿਵੇਂ ਪਵੇਗੀ? ਜੇ ਅਸੀਂ ਅਮਰ ਤੋਂ ਬਾਅਦ ਸਵਰਗ ਵਿੱਚ ਤੈਰਦੇ ਹਾਂ, ਜੇ ਤੁਸੀਂ ਆਤਮਾ ਦੀ ਅਮਰਤਾ ਵਿੱਚ ਵਿਸ਼ਵਾਸ ਕਰਦੇ ਹੋ, ਫਿਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਜੋ ਤੁਸੀਂ ਮਰ ਜਾਂਦੇ ਹੋ ਤੁਸੀਂ ਤੁਰੰਤ ਸਵਰਗ ਜਾਓਗੇ। ਪਰ ਜੇ ਇਹ ਸੱਚ ਸੀ ਤਾਂ ਯਿਸੂ ਕਿਵੇਂ ਆਏਗਾ ਮਰੇ ਹੋਏ ਲੋਕਾਂ ਨੂੰ ਉਹਨਾਂ ਦੀ ਕਬਰਾਂ ਤੋਂ ਮੁੜ ਸੁਰਜੀਤ ਕਰਨ ਲਈ, ਜੇ ਉਹ ਪਹਿਲਾਂ ਹੀ ਸਵਰਗ ਵਿੱਚ ਹਨ? ਇਹ ਗਲਤ ਸਿੱਖਿਆ ਦੂਜੇ ਆਗਮਨ ਦੀ ਲੋੜ ਨੂੰ ਮਿਟਾ ਦਿੰਦੀ ਹੈ। ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਈਸਾ ਮਸੀਹ ਦੇ ਆਉਣ ਦੀ ਇੱਛਾ ਅਤੇ ਉਤਸ਼ਾਹ ਨਾਲ ਕੰਮ ਕਰੀਏ। ਇਸ ਜਲਵਾਯੂ ਘਟਨਾ ਲਈ ਸਾਰੇ ਸਵਰਗ ਨੂੰ ਉਤਾਵਲੀ ਹੈ। ਇਹ ਪਰਮੇਸ਼ਵਰ ਦਾ ਇਰਾਦਾ ਸੀ ਕਿ ਚਰਚ ਹਰ ਉਮਰ ਵਿੱਚ ਉਸਦੀ ਵਾਪਸੀ ਦੀ ਲਾਲਸਾ ਕਰੇ।
ਬਾਈਬਲ ਅਨੁਸਾਰ ਸਾਡੇ ਪਿਆਰਿਆਂ ਨੂੰ ਤੱਕ ਯਿਸੂ ਵਿੱਚ ਸੋਣਾ, ਉਹਨਾਂ ਦੇ ਨਾਲ ਮਿਲ ਕੇ ਅਸੀਂ ਹਵਾ ਦੇ ਵਿੱਚ ਯਿਸੂ ਨੂੰ ਮਿਲਾਂਗੇ। ਤਾਂ ਅੱਜ ਕਿਉਂ ਇਹ ਬਹੁਤ ਸਾਰੇ ਚਰਚ ਅਧਿਆਤਮਿਕ ਤੌਰ ਤੇ ਮਰ ਚੁੱਕੇ ਹਨ? ਇਹਨਾਂ ਸਾਰੇ ਚਰਚਾਂ ਵਿੱਚ ਅਧਿਆਤਮਿਕ ਸ਼ਕਤੀ ਦੀ ਕਮੀ ਕਿਉਂ ਹੈ? ਉਹ ਮਸੀਹ ਦੇ ਦੂਜੇ ਆਗਮਨ ਦੀ ਲੋੜ ਨੂੰ ਕਿਉਂ ਗਵਾ ਚੁੱਕੇ ਹਨ? ਯਿਸੂ ਦੇ ਆਉਣ ਦੇ ਜਨੂਨ ਨੂੰ। ਬਾਈਬਲ ਸਾਡਾ ਗਾਈਡ ਲਗਾਤਾਰ ਮਨੁੱਖਤਾ ਵੱਲ ਇਸ਼ਾਰਾ ਕਰਦਾ ਹੈ, ਸਾਨੂੰ ਸਵਰਗ ਵਿੱਚ ਘਰ ਲਿਜਾਣ ਲਈ, ਇਸ ਪਾਪੀ ਸੰਸਾਰ ਤੋਂ ਵੱਡੀ ਰਾਹਤ ਸਾਨੂੰ ਦੇਣ ਦੇ ਲਈ ਕਰਦਾ ਹੈ। ਹੁਣ ਬੈਬੀਲੋਨ ਤੋਂ ਵਾਪਸ ਆ ਗਿਆ। ਇਹ ਸੂਰਜ ਦੀ ਪੂਜਾ ਦਾ ਕੇਂਦਰ ਵੀ ਸੀ। ਇੱਥੇ ਸਾਰੇ ਸੂਰਜ ਦੀ ਪੂਜਾ ਵੱਖ-ਵੱਖ ਪਵਿੱਤਰਾਂ ਰਾਹੀਂ ਕਰਦੇ ਸਨ। ਜੇਕੇਲ 8:16 ਅਤੇ ਇੱਕ ਮਹੱਤਵਪੂਰਨ ਲਿਖਿਤ ਹੈ। ਇਸ ਲਈ ਉਹ ਮੈਨੂੰ ਰੱਬ ਦੇ ਘਰ ਦੇ ਅੰਦਰ ਦੇ ਦਰਬਾਰ ਦੇ ਵਿੱਚ ਲੈ ਗਿਆ ਅਤੇ ਪ੍ਰਭੂ ਦੇ ਮੰਦਰ ਦੇ ਦਰਵਾਜ਼ੇ ਦੇ ਉੱਤੇ ਪੋਰਚ ਅਤੇ ਆਲਤਰ ਦੇ ਵਿਚਕਾਰ ਲਗਭਗ 25 ਆਦਮੀ ਸਨ, ਜਿਨ੍ਹਾਂ ਦੀ ਪਿੱਠ ਸੀ ਪ੍ਰਭੂ ਦੇ ਮੰਦਰ ਦੇ ਵੱਲ ਅਤੇ ਪੂਰਬ ਵੱਲ ਉਹਨਾਂ ਦੇ ਚਿਹਰੇ, ਅਤੇ ਉਹ ਸੂਰਜ ਦੀ ਪੂਜਾ ਪੂਰਬ ਵੱਲ ਕਰ ਰਹੇ ਸਨ। ਇੱਥੇ ਇਤਿਹਾਸ ਦਾ ਇੱਕ ਦਿਲਚਸਪ ਥੋੜਾ ਜਿਹਾ ਹਿੱਸਾ ਦਿੱਤਾ ਜਾ ਰਿਹਾ ਹੈ ਜੋ ਸਾਨੂੰ ਐਤਵਾਰ ਦੀ ਪੂਜਾ ਦੇ ਮੂਲ ਨੂੰ ਸਮਝਣ ਦੇ ਵਿੱਚ ਮਦਦ ਕਰੇਗਾ। ਯਹੂਦੀਆਂ ਨੇ ਬੈਬੀਲੋਨੀਅਨ ਵਿਚਾਰ ਨੂੰ ਸਵੀਕਾਰ ਕੀਤਾ ਕਿ ਆਤਮਾ ਅਮਰ ਹੈ, ਤਾਂ ਜੋ ਉਹ ਮਰੇ ਤਮੁਜ਼ ਲਈ ਪ੍ਰਾਰਥਨਾ ਕਰਦੇ ਹੋਣ। ਉਹ ਪ੍ਰਭੂ ਦੇ ਘਰ ਦੇ ਮੰਦਿਰ ਦੇ ਵਿੱਚ ਸਨ। ਯਹੂਦੀ ਮੰਦਿਰ ਜਿੱਥੇ ਉਹਨਾਂ ਨੂੰ ਮੰਨਿਆ ਜਾਂਦਾ ਸੀ ਪਰਮੇਸ਼ਵਰ ਦੀ ਪੂਜਾ ਕਰਨੀ। ਉਹ ਸੱਚਮੁੱਚ ਮੁੜੇ ਅਤੇ ਸੂਰਜ ਦਾ ਉਹਨਾਂ ਨੇ ਸਾਹਮਣਾ ਕੀਤਾ ਤਾਂ ਜੋ ਇਹ ਪੂਰਬ ਵੱਲ ਸੂਰਜ ਚੜ੍ਹਨ ਦਾ ਸਾਹਮਣਾ ਕਰ ਸਕਣ। ਇਹ ਨੇਤਾ ਸੂਰਜ ਦੀ ਪੂਜਾ ਕਰ ਰਹੇ ਸਨ। ਇਹ ਪੁੱਤਰ ਦੀ ਬਜਾਏ ਸੂਰਜ ਦੀ ਪੂਜਾ ਕਰ ਰਹੇ ਸਨ। ਇਹ ਪਰਮੇਸ਼ਵਰ ਦੇ ਚਿਹਰੇ ਤੇ ਇੱਕ ਤਰ੍ਹਾਂ ਥੱਪੜ ਹੈ। ਸੂਰਜ ਦੀ ਪੂਜਾ ਚਰਚ ਵਿੱਚ ਚਲੀ ਗਈ। ਬੈਬੀਲੋਨ ਧਾਰਮਿਕ ਪ੍ਰਥਾਵਾਂ ਯਹੂਦੀ ਧਰਮ ਨਾਲ ਇਕਜੁੱਟ ਫਿਰ ਸੂਰਜ ਦੀ ਪੂਜਾ ਕਰਦੇ ਰਹੇ। ਚਰਚ ਵਿੱਚ ਈਸਾਈ ਅਸੀਂ ਪੜ੍ਹਦੇ ਹਾਂ ਜੇਮਸ ਜੀ ਫਰੇਜ਼ਰ ਦੁਆਰਾ ਕੁਦਰਤ ਦੀ ਪੂਜਾ, ਜਿਲਦ 1 ਪੰਨਾ 529। ਇਹ ਕਹਿੰਦਾ ਹੈ, ਹਵਾਲਾ ਪ੍ਰਾਚੀਨ ਬੈਬੀਲੋਨੀਆ ਦਾ ਸੂਰਜ ਪੁਰਾਤਨ ਪੁਰਾਣਤਾ ਤੋਂ ਪੂਜਾ ਕੀਤੀ ਗਈ ਹੈ। ਉਸਦੀ ਸੂਰਜ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਸੂਰਜ ਉਹ ਪੂਜਾ ਪ੍ਰਣਾਲੀ ਦਾ ਹਿੱਸਾ ਸੀ। ਈਸਾਈ ਚਰਚ ਵਿੱਚ ਸ਼ੁਰੂ ਵਿੱਚ ਹੀ ਸ਼ੈਤਾਨ ਦਾ ਇਹ ਹਮਲਾ ਸੀ। ਇਤਿਹਾਸ ਦੀ ਕਿਤਾਬ ਦ ਟੂ ਬੈਬੀਲੋਨਸ ਡਾਕਟਰ ਅਲੈਗਜ਼ੈਂਡਰਾ ਹਿਸਲੋਪ ਦੁਆਰਾ ਪੰਨਾ 105 ਇਹ ਕਹਿੰਦਾ ਹੈ, ਹਵਾਲਾ ਪੁਜਾਰੀਆਂ ਨੂੰ ਨਾਮਾਤਰ ਈਸਾਈ ਧਰਮ ਨਾਲ ਮੇਲ-ਜੋਲ ਦੇਣਾ। ਰੋਮ ਆਪਣੀ ਆਮ ਨੀਤੀ ਅਪਣਾ ਰਿਹਾ ਹੈ। ਈਸਾਈਆਂ ਨੂੰ ਪ੍ਰਾਪਤ ਕਰਨ ਲਈ ਉਪਾਅ ਕੀਤੇ ਅਤੇ ਪਵਿੱਤਰ ਤਿਉਹਾਰਾਂ ਦਾ ਮੇਲ ਹੋਣਾ ਅਤੇ ਪੁਜਾਰੀਵਾਦ ਅਤੇ ਈਸਾਈ ਧਰਮ ਨੂੰ ਪ੍ਰਾਪਤ ਕਰਨ ਲਈ ਹੁਣ ਮੂਰਤੀਆਂ ਵਿੱਚੋਂ ਡੁੱਬ ਗਿਆ ਹੈ। ਇਸ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਾਂਗ ਹੱਥ ਮਿਲਾਉਣ ਲਈ ਹੈ। ਇਸ ਲਈ ਈਸਾਈ ਧਰਮ ਅਤੇ ਪੁਜਾਰੀਵਾਦ ਨੇ ਹੱਥ ਮਿਲਾਇਆ। ਐਤਵਾਰ ਪੁਜਾਰੀਵਾਦ ਅਤੇ ਈਸਾਈ ਧਰਮ ਨੂੰ ਇਕਜੁੱਟ ਕਰਨ ਦਾ ਇੱਕ ਵਾਹਨ ਬਣ ਜਾਂਦਾ ਹੈ। ਕੀ ਤੁਸੀਂ ਦੇਖਦੇ ਹੋ ਕਿ ਪਰਮੇਸ਼ਵਰ ਕੀ ਕਹਿ ਰਿਹਾ ਹੈ? ਉਹ ਕਹਿ ਰਿਹਾ ਹੈ ਕਿ ਬਹੁਤ ਸਾਰੇ ਝੂਠੇ ਸਿਧਾਂਤ ਚਰਚ ਵਿੱਚ ਆਵਣਗੇ। ਉਹ ਚੇਤਾਵਨੀ ਦੇ ਰਿਹਾ ਹੈ ਕਿ ਮਹਾਨ ਮਾਂ ਚਰਚ ਸ਼ਾਸਤਰ ਦੀ ਸੱਚਾਈ ਤੋਂ ਦੂਰ ਹੋ ਗਿਆ। ਹੁਣ ਇੱਥੇ ਸੰਭਵ ਤੌਰ ਤੇ ਸਭ ਤੋਂ ਵੱਧ ਅਵਿਸ਼ਵਾਸਯੋਗ ਹੈ। ਮੈਂ ਇੱਕ ਬੈਪਟਿਸਟ ਲੇਖਕ ਦੁਆਰਾ ਕਦੇ ਪੜ੍ਹਿਆ ਸੀ। ਤੁਹਾਡੇ ਵਿੱਚੋਂ ਉਹ ਜੋ ਬੈਪਟਿਸਟ ਹਨ ਇਸ ਵਿੱਚ ਵੀ ਦਿਲਚਸਪੀ ਲੈ ਸਕਦੇ ਹਨ। ਦ ਬੈਪਟਿਸਟ ਮੈਨੂਅਲ ਦਾ ਲੇਖਕ ਡਾਕਟਰ ਐਡਵਰਡ ਟੀ ਹਿਸਕੋਕਸ ਸੀ। ਉਸਨੇ ਇੱਕ ਦਿਲਚਸਪ ਬਿਆਨ 1893 ਵਿੱਚ ਸੈਂਕੜੇ ਬੈਪਟਿਸਟ ਮੰਤਰੀਆਂ ਨੂੰ ਦਿੱਤਾ। ਉਸ ਵਿੱਚ ਇਸ ਬਾਰੇ ਉਹ ਦੱਸ ਰਿਹਾ ਸੀ ਕਿ ਐਤਵਾਰ ਕਿਵੇਂ ਚਰਚ ਵਿੱਚ ਆਇਆ। ਇਸ ਦਾ ਹਵਾਲਾ ਦਿੰਦੇ ਹੋਏ ਕਿੰਨੇ ਦੁੱਖ ਦੀ ਗੱਲ ਹੈ ਕਿ ਐਤਵਾਰ ਇਹ ਪੁਜਾਰੀਵਾਦ ਦੇ ਚਿੰਨ੍ਹਾਂ ਲਾਉਂਦਾ ਹੈ ਅਤੇ ਸੂਰਜ ਦੇਵਤੇ ਦੇ ਨਾਂ ਦੇ ਉੱਤੇ ਨਾਂ ਨਾਲ ਦਿੱਤਾ ਗਿਆ ਸੀ। ਅਤੇ ਫਿਰ ਪੋਪ ਨੇ ਆਪੋਸੀ ਨੇ ਗੋਦ ਲਿਆ ਅਤੇ ਪ੍ਰਵਾਨ ਇਸ ਨੂੰ ਕੀਤਾ ਅਤੇ ਪ੍ਰੋਟੈਸਟੈਂਟਵਾਦ ਦੀ ਪਵਿੱਤਰ ਵਿਰਾਸਤ ਵਜੋਂ ਇਹਨਾਂ ਨੂੰ ਪਵਿੱਤਰ ਵਿਰਾਸਤ ਵਜੋਂ 1997 ਵਿੱਚ ਸ਼ਾਮਿਲ ਕੀਤਾ ਗਿਆ ਸੀ। ਹੁਣ ਇਹ ਇੱਕ ਖੁਲਾਸਾ ਕਰਨ ਵਾਲਾ ਬਿਆਨ ਹੈ ਦ ਬੈਪਟਿਸਟ ਮੈਨੂਅਲ ਦੇ ਲੇਖਕ ਦੁਆਰਾ। ਉਹ ਕਹਿੰਦਾ ਹੈ ਕਿ ਅਫਸੋਸ ਦੀ ਗੱਲ ਹੈ ਕਿ ਐਤਵਾਰ ਪੁਜਾਰੀਵਾਦ ਦੇ ਗੰਦੇ ਪਾਣੀਆਂ ਵਿੱਚੋਂ ਗੁਜ਼ਰ ਰਿਹਾ ਹੈ। ਫਿਰ ਕੈਥੋਲਿਕ ਧਰਮ ਵਿੱਚ ਅਤੇ ਫਿਰ ਇਸੀ ਪ੍ਰੋਟੈਸਟੈਂਟ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਇਜ਼ਕੀਏਲ ਪੈਗੰਬਰ ਵੀ ਕਹਿੰਦਾ ਹੈ ਕਿ ਕਿੰਨਾ ਦੁੱਖ ਹੈ, ਕਿਉਂਕਿ ਰੱਬ ਨੇ ਸਾਨੂੰ ਸਾਬਤ ਨੂੰ ਉਸ ਦੇ ਦੋ ਚਿੰਨ੍ਹਾਂ ਵਾਂਗ ਜੋ ਦਿੱਤਾ ਹੈ। ਇਜ਼ਕੀਏਲ 28:12। ਇਸ ਤੋਂ ਇਲਾਵਾ ਮੈਂ ਉਹਨਾਂ ਨੂੰ ਆਪਣੇ ਸਾਬਤ ਵੀ ਦਿੱਤੇ, ਉਹਨਾਂ ਤੇ ਮੇਰੇ ਵਿਚਕਾਰ ਨਿਯੁਕਤ ਕੀਤਾ ਜਾਣਾ ਕਿ ਉਹ ਇਹ ਜਾਣ ਸਕਦੇ ਹਨ ਕਿ ਮੈਂ ਉਹ ਪ੍ਰਭੂ ਹਾਂ ਜੋ ਉਹਨਾਂ ਨੂੰ ਪਵਿੱਤਰ ਰੱਖਦਾ ਹਾਂ। ਪ੍ਰਾਚੀਨ ਬੇਬੀਲੋਨ ਤੋਂ ਸਿੱਖਿਆ ਉਹ ਵੱਡੀ ਮਾਂ ਚਰਚ ਵਿੱਚ ਦਾਖਲ ਹੋ ਜਾਂਦਾ ਸੀ। ਪ੍ਰੋਟੈਸਟੈਂਟ ਚਰਚ ਮਦਰ ਚਰਚ ਛੱਡ ਦੇਣਗੇ ਅਤੇ ਪਰਮੇਸ਼ਵਰ ਮਹਾਨ ਲੋਕਾਂ ਨੂੰ ਪ੍ਰੋਟੈਸਟੈਂਟ ਸੁਧਾਰਕਾਂ ਨੂੰ ਪਾਲਦਾ ਸੀ, ਪਰ ਉਹ ਮਾਂ ਚਰਚ ਤੋਂ ਗਲਤੀਆਂ ਨੂੰ ਬਰਕਰਾਰ ਰੱਖਦੇ ਸਨ, ਜਿਵੇਂ ਕਿ ਆਤਮਾ ਦੀ ਅਮਰਤਾ ਅਤੇ ਐਤਵਾਰ ਦੀ ਪੂਜਾ। ਉਹਨਾਂ ਵਿੱਚੋਂ ਬਹੁਤ ਸਾਰੇ ਯਿਸੂ ਨੂੰ ਪਿਆਰ ਕਰਦੇ ਸਨ, ਪਰ ਅਸੀਂ ਆਖਰੀ ਦਿਨਾਂ ਦੇ ਵਿੱਚ ਰਹਿ ਰਹੇ ਹਾਂ ਦੋਸਤੋ। ਸੱਚ ਹੈ ਅਤੇ ਇਸ ਦਾ ਅਨੁਸਰਨ ਕਰਨਾ ਲਾਜ਼ਮੀ ਹੈ।
ਪਰਮੇਸ਼ਵਰ ਹਰ ਕਿਸੇ ਲਈ ਬਾਈਬਲ ਦੀ ਭਵਿੱਖਬਾਣੀ ਨੂੰ ਖੋਲ ਰਿਹਾ ਹੈ। ਦ ਬੈਪਟਿਸਟ, ਕੈਥੋਲਿਕ, ਮੈਥੋਡਿਸਟ, ਐਪੀਸਕੋਪਲ, ਪੈਂਟੀਕੋਸਟਲ, ਇਵੈਂਜਲਿਕਲ, ਹਰ ਕੋਈ ਜੋ ਯੀਸ਼ੂ ਨੂੰ ਪਿਆਰ ਕਰਦਾ ਹੈ ਅਤੇ ਉਸਦੀ ਸੱਚਾਈ ਦਾ ਅਨੁਸਰਨ ਕਰਨਾ ਚਾਹੁੰਦਾ ਹੈ। ਤੁਸੀਂ ਪਰਮੇਸ਼ਵਰ ਦੇ ਵਚਨ ਤੋਂ ਨਵੀਆਂ ਚੀਜ਼ਾਂ ਸਿੱਖ ਰਹੇ ਹੋ ਸਕਦੇ ਹੋ। ਜਦੋਂ ਤੁਸੀਂ ਇਹਨਾਂ ਨਵੀਆਂ ਸਿੱਖਿਆਵਾਂ ਨੂੰ ਸਿੱਖਦੇ ਹੋ ਤਾਂ ਤੁਸੀਂ ਇਸ ਨੂੰ ਸੱਚੇ ਤੌਰ ਤੇ ਪਛਾਣਦੇ ਹੋ। ਤੁਹਾਡੇ ਦਿਲ ਵਿੱਚ ਕੁਝ ਅਜਿਹਾ ਹੈ ਜੋ ਪ੍ਰਤੀਕਿਰਿਆ ਦਿੰਦਾ ਹੈ। ਇਹ ਸੱਚ ਹੈ, ਇਹ ਚੀਜ਼ਾਂ ਹਨ। ਮੈਂ ਹਮੇਸ਼ਾ ਸੋਚਦੀ ਰਹੀ ਕਿ ਇਸ ਨਾਲ ਮੇਰੇ ਮਨ ਨੂੰ ਹਮੇਸ਼ਾ ਪਰੇਸ਼ਾਨ ਕੀਤਾ ਹੈ ਅਤੇ ਹੁਣ ਮੈਂ ਇਹਨਾਂ ਨੂੰ ਆਪਣੇ ਕੰਮ ਲਈ ਪੜ੍ਹਿਆ ਹੈ। ਇਸ ਨਾਲ ਮੈਨੂੰ ਪਾਪੂਆ ਨਿਊ ਗਿਨੀ ਵਿੱਚ ਇੱਕ ਵਿਆਹੇ ਜੋੜੇ ਬਾਰੇ ਸੋਚਣ ਲਈ ਮਜਬੂਰ ਕੀਤਾ ਗਿਆ, ਹੈਲਨ ਅਤੇ ਸਾਈਮਨ। ਉਹ ਦੋਵੇਂ ਐਤਵਾਰ ਦੇ ਚਰਚ ਦੇ ਪਾਦਰੀ ਸਨ ਜੋ ਕਿ ਬਣ ਗਏ ਲਗਾਤਾਰ ਅਸਹਿਜ ਵਿੱਚ ਜਿਸ ਵਿੱਚ ਸ਼ਬਦ ਬਾਰੇ ਬਾਈਬਲ ਵਿੱਚ ਲਿਖਤਾਂ ਹਨ। ਅਤੇ ਜਦੋਂ ਹੈਲਨ ਪ੍ਰਚਾਰ ਕਰ ਰਹੀ ਸੀ ਤਾਂ ਉਹ ਜਾਣਬੁੱਝ ਕੇ ਕਰੇਗੀ ਕਿਸੇ ਵੀ ਲਿਖਤ ਨੂੰ ਛੱਡ ਦਿਓ ਜਿਸ ਵਿੱਚ ਸ਼ਬਦ ਦਾ ਹਵਾਲਾ ਦਿੱਤਾ ਹੋਵੇ। ਇੱਕ ਐਤਵਾਰ ਨੂੰ ਜਦੋਂ ਉਹ ਚਰਚ ਵਿੱਚ ਆਪਣਾ ਸੰਦੇਸ਼ ਦੇ ਰਹੀ ਸੀ, ਫਿਰ ਉਸਨੂੰ ਉਹਨਾਂ ਵਿੱਚੋਂ ਕਿਸੇ ਇੱਕ ਲਿਖਤ ਤੋਂ ਬਚਣਾ ਪਿਆ। ਉਹ ਉਸ ਸਮੇਂ ਤੇ ਉੱਥੇ ਜਾਣਦੀ ਸੀ ਕਿ ਉਸਨੂੰ ਇੱਕ ਹੋਰ ਡੂੰਘਾ ਅਧਿਐਨ ਕਰਨ ਦੀ ਲੋੜ ਸੀ। ਘਰ ਜਾਂਦੇ ਸਮੇਂ ਉਸਨੇ ਤੇ ਉਸਦੇ ਪਤੀ ਨੇ ਪ੍ਰਾਰਥਨਾ ਕੀਤੀ ਤਾਂ ਕਿ ਜੇ ਪਰਮੇਸ਼ਵਰ ਉਹਨਾਂ ਨੂੰ ਸੱਚਾਈ ਵੱਲ ਲੈ ਕੇ ਜਾਵੇ ਉਹ ਇਸ ਦਾ ਅਨੁਸਰਨ ਕਰਨਗੇ। ਦੋਸਤੋ, ਇਹ ਪ੍ਰਾਰਥਨਾ ਇੱਕ ਪ੍ਰਾਰਥਨਾ ਹੈ, ਪਰਮੇਸ਼ਵਰ ਹਮੇਸ਼ਾ ਜਵਾਬ ਦੇਵੇਗਾ। ਚੌਥੇ ਹੁਕਮ ਵਿੱਚ ਰੱਬ ਨੇ ਉਹਨਾਂ ਨੂੰ ਆਪਣਾ ਸੱਚ ਪ੍ਰਗਟ ਕੀਤਾ। ਇਸ ਦੇ ਜਵਾਬ ਵਿੱਚ ਉਹਨਾਂ ਨੇ 7ਵੇਂ ਦਿਨ ਦੀ ਸੁੰਦਰ ਸਬਤ ਨੂੰ ਸਵੀਕਾਰ ਕਰ ਲਿਆ ਅਤੇ ਹੁਣ ਹੈਲਨ ਅਤੇ ਸਾਈਮਨ ਤਿਆਰੀ ਕਰ ਰਹੇ ਹਨ ਬਪਤਿਸਮਾ ਦਿੱਤਾ ਜਾਵੇ ਅਤੇ 7ਵੇਂ ਦਿਨ ਦੀ ਐਡਵੈਂਟਿਸਟ ਚਰਚ ਦੇ ਵਿੱਚ ਉਹ ਸ਼ਾਮਿਲ ਹੋ ਜਾਣ। ਉਹ ਆਪਣੇ 7 ਬੱਚਿਆਂ ਨਾਲ ਹਨ। ਇਸ ਸੱਚ ਨੂੰ ਸਾਂਝਾ ਕਰਨ ਲਈ ਉਹ ਵਚਨਬੱਧ ਹਨ ਕਿ ਉਹ ਇਸ ਪੜਾਵ ਨੂੰ ਪਾਰ ਕਰ ਚੁੱਕੇ ਹਨ। ਉਹਨਾਂ ਦੀ ਜਾਇਦਾਦ ਤੇ ਇੱਕ ਚਰਚ ਬਣਾਉਣ ਲਈ ਉਹਨਾਂ ਦਾ ਆਪਣਾ ਘਰ ਉਹਨਾਂ ਨੇ ਰੱਖਿਆ ਹੈ। ਇਹ ਕਮਾਲ ਦੀ ਗੱਲ ਹੈ। ਜਕੇਲ ਦੇ ਦਿਨਾਂ ਵਿੱਚ ਜਦੋਂ ਗਲਾਤਿਆਂ ਵਿੱਚੋਂ ਗਲਤੀਆਂ ਹੋ ਗਈਆਂ ਸਨ, ਰੱਬ ਦੇ ਲੋਕ ਅੱਗ ਵਾਂਗ ਹੀ ਰੋਏ। ਇਜ਼ੇਕੀਏਲ 22:26 ਵਿੱਚ ਉਸਦੇ ਪੁਜਾਰੀਏ ਤੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਮੇਰੇ ਪਵਿੱਤਰ ਕੰਮਾਂ ਨੂੰ ਉਹਨਾਂ ਕੋਲ ਰੱਖਿਆ ਗਿਆ ਹੈ। ਆਪਣੇ ਆਪ ਨੂੰ ਪਛਾਣ ਨਹੀਂ ਸੀ ਪਵਿੱਤਰ ਅਤੇ ਅਪਵਿੱਤਰ ਦੇ ਵਿਚਕਾਰ, ਨਾ ਹੀ ਇਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਸ਼ੁੱਧ ਅਤੇ ਸਾਫ਼ ਸੁਥਰੇ ਵਿਚੋਲੇ ਅੰਤਰ ਦੇ ਬਾਰੇ। ਅਤੇ ਉਹਨਾਂ ਨੇ ਮੇਰੀਆਂ ਅੱਖਾਂ ਮੇਰੇ ਸਬਤੋਂ ਤੋਂ ਲੁਕਾ ਲਈਆਂ ਹਨ ਤਾਂ ਜੋ ਮੈਨੂੰ ਇਹਨਾਂ ਨੂੰ ਗਾਲਾਂ ਦਾ ਇਹਨਾਂ ਵਿੱਚੋਂ ਇੱਕ ਹੋਵਾਂ। ਦਾਨੀਅਲ ਨੇ ਕਿਹਾ ਕਿ ਅੱਜ ਸ਼ਕਤੀ ਹੋਵੇਗੀ ਅਤੇ ਦਾਨੀਅਲ 7:25 ਵਿੱਚ ਹੈ ਕਿ ਇਹ ਸ਼ਕਤੀ ਸਮੇਂ ਤੇ ਕਾਨੂੰਨਾਂ ਨੂੰ ਬਦਲਣ ਬਾਰੇ ਸੋਚੇਗੀ। ਦੋਸਤੋ, ਕੋਈ ਪ੍ਰਿਥਵੀ ਦੀ ਚਰਚ ਹੈ ਕਲੀਸਿਆ ਜੋ ਪਰਮੇਸ਼ਵਰ ਦੇ ਨਿਯਮ ਨੂੰ ਬਦਲਣ ਦਾ ਅਧਿਕਾਰ ਰੱਖਦੀ ਹੈ ਜਾਂ ਉਸਦੇ ਵਚਨ ਨੂੰ ਬਦਲਣ ਦਾ। ਬਾਈਬਲ ਤੋਂ ਪ੍ਰਚਾਰ ਕਰਨ ਲਈ ਵਾਪਸ ਜਾਣ ਲਈ ਸਾਨੂੰ ਕੋਈ ਸਵਾਲ ਨਹੀਂ ਹੈ। ਇਸ ਪ੍ਰਚਾਰਕਾਂ ਨੂੰ ਲੋੜ ਹੈ ਕਿ ਸਾਨੂੰ ਬਾਈਬਲ ਤੋਂ ਪ੍ਰਚਾਰ ਕਰਨਾ ਹੈ। ਰੱਬ ਦੀ ਸੱਚਾਈ ਅਤੇ ਬੈਬੀਲੋਨ ਤੋਂ ਭੱਜ ਕੇ ਹਾਰਲੋਟ ਔਰਤ ਬੈਬੀਲੋਨ ਦੀਆਂ ਪਰਮੇਸ਼ਵਰ ਦੇ ਚਰਿੱਤਰ ਬਾਰੇ ਝੂਠੀਆਂ ਸਿੱਖਿਆਵਾਂ ਅਤੇ ਸਰਕਾਰ ਉਸਦੇ ਲੋਕਾਂ ਨੂੰ ਬਾਹਰ ਬੁਲਾਉਣ ਦਾ ਕਾਰਨ ਹੈ। ਰੱਬ ਇਹਨਾਂ ਝੂਠੀਆਂ ਪੂਜਾ ਪ੍ਰਣਾਲੀਆਂ ਨੂੰ ਨਫ਼ਰਤ ਕਰਦਾ ਹੈ ਤੇ ਉਹ ਸ਼ੈਤਾਨ ਦੇ ਸਿਧਾਂਤ ਹਨ, ਪਰ ਪਰਮੇਸ਼ਵਰ ਸਪਸ਼ਟ ਤੌਰ ਤੇ ਪਿਆਰ ਕਰਦਾ ਹੈ ਉਸਦੇ ਲੋਕ ਜੋ ਉਸਨੂੰ ਇਮਾਨਦਾਰੀ ਨਾਲ ਲੱਭਦੇ ਹਨ। ਭਾਵੇਂ ਉਹ ਵਰਤਮਾਨ ਸਮੇਂ ਧੋਖਾ ਦੇਣ, ਉਹ ਚਾਹੁੰਦਾ ਹੈ ਕਿ ਉਹ ਬੈਬੀਲੋਨ ਨੂੰ ਛੱਡ ਕੇ ਅਤੇ ਉਸਦੀਆਂ ਸਾਰੀਆਂ ਜਾਲੀ ਸਿੱਖਿਆਵਾਂ ਨੂੰ ਵੀ ਛੱਡਣ। ਨੀਤੀ ਵਚਨ ਉਸਦੀ 16:25 ਇੱਕ ਤਰੀਕਾ ਹੈ ਜੋ ਕਿ ਮਨੁੱਖ ਲਈ ਸਹੀ ਜਾਪਦਾ ਹੈ, ਪਰ ਇਸਦਾ ਅੰਤ ਮੌਤ ਦਾ ਤਰੀਕਾ ਹੈ। ਅਗਿਆਨਤਾ, ਗਲਤੀ ਜਾਂ ਪਾਪ ਦਾ ਕੋਈ ਬਹਾਨਾ ਨਹੀਂ ਹੈ। ਜਦੋਂ ਹਰ ਮੌਕਾ ਹੋਵੇ ਦੋਸਤ, ਇਸ ਸਮੇਂ ਰੱਬ ਦੀ ਇੱਛਾ ਨੂੰ ਜਾਣਨ ਦੇ ਲਈ ਉਸਨੇ ਸਾਨੂੰ ਆਪਣਾ ਵਚਨ ਦਿੱਤਾ ਹੈ ਅਤੇ ਅਸੀਂ ਹੋ ਸਕਦੇ ਹਾਂ ਕਿ ਉਸਦੀ ਸਿੱਖਿਆਵਾਂ ਤੋਂ ਜਾਣੂ ਹੋਈਏ ਅਤੇ ਹੁਣ ਆਪਣੇ ਲਈ ਉਹ ਚੀਜ਼ ਜੋ ਸਾਡੇ ਲਈ ਸਾਨੂੰ ਲੋੜ ਹੈ ਸਾਨੂੰ ਕਰਨੀ ਹੈ। ਜਦੋਂ ਵਕੀਲ ਯੀਸ਼ੂ ਇੱਥੇ ਆਵੇਗਾ ਅਤੇ ਪੁੱਛੇਗਾ ਕਿ ਮੈਂ ਸਦੀਵੀ ਜੀਵਨ ਨੂੰ ਵਿਰਾਸਤ ਵਿੱਚ ਲੈਣ ਲਈ ਤੁਹਾਨੂੰ ਕੀ ਦਿੱਤਾ, ਮੁਕਤੀਦਾਤਾ ਨੇ ਉਸ ਨੂੰ ਗ੍ਰੰਥਾਂ ਦੇ ਹਵਾਲੇ ਕਰ ਦਿੱਤਾ ਹੈ ਕਹਿੰਦੇ ਹੋਏ ਕਿ ਕਾਨੂੰਨ ਵਿੱਚ ਕੀ ਲਿਖਿਆ ਹੈ। ਚੰਗੇ ਇਰਾਦੇ ਰੱਖਣ ਲਈ ਹੀ ਕਾਫੀ ਨਹੀਂ। ਜੇ ਤੁਸੀਂ ਇਹ ਸਹੀ ਸਮਝਦੇ ਹੋ ਕਿ ਉਸਨੂੰ ਕਰਨ ਲਈ ਕਾਫੀ ਨਹੀਂ ਹੈ ਤਾਂ ਜੋ ਕੁਝ ਮੰਤਰੀ ਤੁਹਾਨੂੰ ਦੱਸਦਾ ਹੈ ਉਹ ਸਹੀ ਹੈ। ਤੁਹਾਡੀ ਇੱਕੋ ਇੱਕ ਮੁਕਤੀ ਦਾਅ ਤੇ ਲੱਗੀ ਹੋਈ ਹੈ ਅਤੇ ਤੁਹਾਨੂੰ ਆਪਣੇ ਲਈ ਧਰਮ ਗ੍ਰੰਥਾਂ ਦੀ ਖੋਜ ਕਰਨੀ ਚਾਹੀਦੀ ਹੈ ਕਿਉਂਕਿ ਹਰ ਬਾਈਬਲ ਸੱਚ ਲਈ ਸ਼ੈਤਾਨ ਕੋਲ ਉਸਦਾ ਪ੍ਰਸਿੱਧ ਨਕਲੀ ਅਤੇ ਝੂਠ ਹੈ। ਇਸ ਲਈ ਉਹ ਤੁਹਾਨੂੰ ਆਪਣੀ ਬਾਈਬਲ ਨੂੰ ਆਪਣੇ ਲਈ ਜਾਣਨ ਦੀ ਲੋੜ ਹੈ। ਇਸ ਤਰ੍ਹਾਂ ਤੁਸੀਂ ਸੋਚੋ, ਜੇ ਤੁਹਾਨੂੰ ਬਾਹਰੋਂ ਆਉਣ ਵਾਲੇ ਧੂਏ ਦੀ ਗੰਧ ਆਉਂਦੀ ਹੈ ਅਤੇ ਤੁਸੀਂ ਬਾਹਰ ਦੌੜ ਕੇ ਦੇਖਣ ਲਈ ਦੌੜੋ ਕਿ ਤੁਹਾਡੇ ਘਰ ਦੇ ਨਾਲ ਗੁਆਂਢੀ ਦੇ ਘਰ ਦੇ ਵਿੱਚ ਅੱਗ ਲੱਗ ਗਈ ਹੈ, ਤੁਸੀਂ ਘੱਟੋ ਘੱਟ ਉਸ ਨੂੰ ਕਾਲ ਕਰੋਗੇ ਕਿ ਬਾਹਰ ਨਿਕਲ ਆਓ, ਦੌੜੋ, ਅੱਗ ਲੱਗ ਗਈ ਹੈ। ਕਿ ਤੁਸੀਂ ਇਹ ਨਹੀਂ ਕਰੋਗੇ? ਦੋਸਤ, ਜੇ ਤੁਹਾਡਾ ਚਰਚ ਸਿਖਾਉਂਦਾ ਹੈ ਕਿ ਪਰਮੇਸ਼ਵਰ ਦੇ 10 ਹੁਕਮ ਹੁਣ ਬੰਧਨ ਦੇ ਵਿੱਚ ਨਹੀਂ ਹਨ,
ਉਹ ਪਰਮੇਸ਼ਰ ਦੇ ਨੈਤਿਕ ਨਿਯਮ ਹਨ ਜੋ ਕਿ ਪ੍ਰਤੀਬਿੰਬ ਹਨ ਉਸਦਾ ਚਰਿੱਤਰ ਹੈ। ਉਹ ਉਸ ਤੋਂ ਕਿਸ ਤਰ੍ਹਾਂ ਦੂਰ ਹੋ ਗਿਆ ਨਾਲ ਅਤੇ ਹੁਣ ਸਾਡੇ ਤੇ ਲਾਗੂ ਕਿਵੇਂ ਨਹੀਂ ਹੁੰਦਾ। ਦੌੜੋ, ਬਾਈਬਲ ਵੱਲ ਦੌੜੋ। ਯਿਸੂ ਨਵੇਂ ਨਿਯਮ ਯਹੂਨਾ 14:15 ਵਿੱਚ ਬੇਨਤੀ ਕਰਦਾ ਹੈ, ਜੇ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਮੇਰੇ ਹੁਕਮਾਂ ਨੂੰ ਕਾਇਮ ਰੱਖੋਗੇ। ਦੋਸਤੋ, ਇਹ ਸਾਡੇ ਲਈ ਇੱਕ ਨਵੀਂ ਪ੍ਰੀਖਿਆ ਹੈ। ਜੇ ਤੁਹਾਡਾ ਚਰਚ ਐਤਵਾਰ ਦੀ ਪਵਿੱਤਰਤਾ ਨੂੰ ਸਿਖਾਉਂਦਾ ਹੈ, ਪਹਿਲੇ ਦਿਨ ਦੀ ਪੂਜਾ ਪਰਮੇਸ਼ਰ ਦੇ 7ਵੇਂ ਦਿਨ ਦੇ ਸਬਤ ਦੇ ਸਥਾਨ ਤੇ ਦੌੜੋ, ਬਾਈਬਲ ਵੱਲ ਦੌੜੋ। ਪਰਮੇਸ਼ਰ ਦੇ ਕਾਨੂੰਨ ਵਿੱਚ ਤਬਦੀਲੀ ਪੂਰੀ ਤਰ੍ਹਾਂ ਸਵੀਕਾਰ ਕੀਤੀ ਗਈ ਹੈ। ਕੈਥੋਲਿਕ ਚਰਚ ਦੁਆਰਾ ਉਹਨਾਂ ਦੀਆਂ ਪ੍ਰਤੀਕਿਰਿਆ ਦੇ ਤੌਰ ਦੇ ਉੱਤੇ, ਪਰਮੇਸ਼ਰ ਦੇ ਤੌਰ ਤੇ ਨਹੀਂ, ਕਿਉਂਕਿ ਮੈਂ ਪ੍ਰਭੂ ਹਾਂ, ਮੈਂ ਬਦਲਦਾ ਨਹੀਂ। ਮਲਾਕੀ 3:6 ਵਿੱਚ ਪ੍ਰਭੂ ਕਹਿੰਦਾ ਹੈ। ਅਤੇ ਜੇ ਤੁਹਾਡਾ ਚਰਚ ਇਹ ਸਿਖਾਉਂਦਾ ਹੈ ਕਿ ਤੁਹਾਡੇ ਕੋਲ ਹੈ ਯਿਸੂ ਦੇ ਆਉਣ ਤੋਂ ਬਾਅਦ ਬਚਣ ਦਾ ਦੂਜਾ ਮੌਕਾ, ਦੋਸਤੋ ਚਲੋ, ਅਸੀਂ ਸ਼ਾਸਤਰ ਵਿੱਚ ਵਾਰ-ਵਾਰ ਵੇਖਿਆ ਹੈ ਯਿਸੂ ਦੇ ਨਾਲ ਮਿਲ ਕੇ ਉਸ ਦਾ ਇਨਾਮ ਲੈ ਕੇ ਆਉਂਦਾ ਹੈ ਹਰੇਕ ਵਿਅਕਤੀ ਵਾਸਤੇ ਦੂਜੀ ਆਉਣ ਵਾਲੀ ਥਾਂ ਤੇ। ਯਿਸੂ ਇਸ ਦੀ ਤੁਲਨਾ ਅਨੋਹ ਦੇ ਸਮੇਂ ਦੇ ਨਾਲ ਕਰਦਾ ਹੈ ਜਦੋਂ ਬੇੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ, ਕੋਈ ਦੂਜਾ ਮੌਕਾ ਨਹੀਂ ਸੀ। ਤੁਹਾਡਾ ਮੌਕਾ ਹੁਣ ਕੌਣ ਹੈ? ਤੁਹਾਨੂੰ ਕੱਲ ਦੀ ਗਾਰੰਟੀ ਨਹੀਂ ਹੈ। ਖਾਸ ਕਰਕੇ ਸਾਡੇ ਸੰਸਾਰ ਦੇ ਨਾਲ ਇਸ ਤਰ੍ਹਾਂ ਦੀ ਹਿੰਸਾ ਦੇ ਮਾਮਲੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਚੀਜ਼ਾਂ ਵੱਲ ਧਿਆਨ ਰੱਖੋ, ਯਿਸੂ ਰਾਹੀਂ ਤੁਹਾਡੀ ਮੁਕਤੀ। ਅਤੇ ਦੋਸਤੋ, ਜੇ ਤੁਹਾਡਾ ਚਰਚ ਗੁਪਤ ਤਾਲਮੇਲ ਸਿਖਾਉਂਦਾ ਹੈ, ਬਾਈਬਲ ਵੱਲ ਦੌੜੋ। ਅਸੀਂ ਇਕੱਠੇ ਇਹ ਪੜ੍ਹਿਆ ਹੋਇਆ ਹੈ ਕਿ ਹਰ ਅੱਖ ਉਸ ਨੂੰ ਵੇਖੇਗੀ ਜੋ ਬੱਦਲਾਂ ਵਿੱਚ ਅਤੇ ਫਰਿਸ਼ਤਿਆਂ ਦੀ ਚਮਕ ਨੂੰ ਵੀ ਵੇਖੇਗੀ। ਉੱਚੀ ਆਵਾਜ਼ ਦੇ ਨਾਲ ਇੱਕ ਸ਼ੋਰ ਸ਼ਾਨਦਾਰ ਵਿਸ਼ਵ ਭਰ ਵਿੱਚ ਹੋਵੇਗਾ। ਜਲਵਾਯੂ ਦੀ ਇਹ ਅਹਿਮ ਘਟਨਾ ਹੋਵੇਗੀ। ਯਿਸੂ ਦਾ ਦੂਜਾ ਆਉਣਾ ਤੋਂ ਰਾਜ ਤੋਂ ਇਲਾਵਾ ਕੁਝ ਵੀ ਹੈ। ਜੇ ਤੁਹਾਡਾ ਚਰਚ ਸਦੀਵੀ ਤਸੀਹੇ ਸਿਖਾਉਂਦਾ ਹੈ ਜਿਸ ਵਿੱਚ ਪਾਪੀ ਹੁਣ ਅਤੇ ਹਮੇਸ਼ਾ ਲਈ ਫਿਰ ਭੱਜਦੇ ਹਨ, ਆਪਣੀ ਬਾਈਬਲ ਵੱਲ ਦੌੜੋ। ਅਸੀਂ ਸ਼ਾਸਤਰਾਂ ਦਾ ਅਧਿਐਨ ਕੀਤਾ ਤੇ ਦੇਖਿਆ ਆਪਣੀ ਅੱਖਾਂ ਨਾਲ ਇਹ ਕਿ ਕਿਤੇ ਨਾ ਕਿਤੇ ਨਰਕ ਨਹੀਂ ਚੱਲ ਰਿਹਾ। ਅੱਗ ਬਦਮਾਸ਼ਾਂ ਨੂੰ ਪੂਰੀ ਤਰ੍ਹਾਂ ਪੀ ਜਾਵੇਗੀ, ਫਿਰ ਇਹ ਬਾਹਰ ਨਿਕਲ ਜਾਵੇਗਾ। ਨਰਕ ਅੱਗ ਕੇਵਲ ਉਸਦੇ ਪ੍ਰਭਾਵਾਂ ਵਿੱਚੋਂ ਸਦੀਵੀ ਹੈ, ਇਸਦੀ ਕੋਈ ਮਿਆਦ ਨਹੀਂ। ਦੋਸਤੋ, ਜੇ ਤੁਹਾਡਾ ਚਰਚ ਆਤਮਾ ਦੀ ਅਮਰਤਾ ਸਿਖਾਉਂਦਾ ਹੈ, ਫਿਰ ਤੁਹਾਨੂੰ ਦੌੜਨਾ ਪਵੇਗਾ। ਅਸੀਂ ਸਾਰੇ ਪਾਪ ਕਰਦੇ ਹਾਂ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਕੱਟ ਜਾਂਦੇ ਹਾਂ। ਪਰਮੇਸ਼ਰ ਦੀ ਬਾਈਬਲ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਜਿਸ ਆਤਮਾ ਨੂੰ ਪਾਪ ਹੈ ਉਹ ਮਰ ਜਾਵੇਗਾ। ਸ਼ਾਸਤਰ ਵਿੱਚ ਸਪਸ਼ਟ ਤੌਰ ਵਿੱਚ ਲਿਖਿਆ ਹੈ ਕਿ ਮੁਰਦੇ ਨੂੰ ਕੁਝ ਵੀ ਨਹੀਂ ਪਤਾ। ਇਸ ਸਮੇਂ ਕੇਵਲ ਪਰਮੇਸ਼ਰ ਦੀ ਅਮਰਤਾ ਹੈ। ਇੱਕ ਵੱਡਾ ਖਤਰਾ ਹੈ ਕਿ ਇੱਕ ਆਦਮੀ ਬਾਈਬਲ ਪੜ੍ਹਦਾ ਹੈ ਅਤੇ ਇਹ ਉਸਨੂੰ ਸਪਸ਼ਟ ਰੂਪ ਵਿੱਚ ਕਹਿੰਦਾ ਹੈ ਕਿ ਬਦਮਾਸ਼ਾਂ ਨੂੰ ਮੋੜ ਦਿੱਤਾ ਜਾਂਦਾ ਹੈ ਤਾਂ ਜੋ ਨਰਕ ਦੀ ਅੱਗ ਵਿੱਚ ਹੋਣ ਤੋਂ ਬਾਹਰ ਰੱਖਿਆ ਜਾ ਸਕੇ। ਪਰ ਕਿਉਂਕਿ ਉਸਨੂੰ ਸਦੀਵੀ ਤਸੀਹੇ ਦਿੱਤੇ ਗਏ ਹਨ, ਆਪਣੇ ਚਰਚ ਵਾਲਾ ਉਹ ਇਹ ਮੰਨਦਾ ਹੈ ਕਿ ਇਹ ਸੱਚ ਹੈ ਅਤੇ ਇਹ ਅਨੁਮਾਨ ਉਹ ਲਗਾਉਂਦਾ ਹੈ ਕਿ ਉਹ ਪਰਮੇਸ਼ਰ ਦੇ ਸਾਰੇ ਸ਼ਬਦ ਉਸਨੂੰ ਨਹੀਂ ਸਮਝ ਆ ਸਕਦੇ। ਇਸ ਲਈ ਉਹ ਆਪਣੀ ਬਾਈਬਲ ਅਧਿਐਨ ਸੋਚ ਨੂੰ ਛੱਡ ਦਿੰਦਾ ਹੈ। ਇਹ ਉਸ ਲਈ ਬਹੁਤ ਡੂੰਘਾ ਅਤੇ ਗੁੰਝਲਦਾਰ ਹੋ ਜਾਂਦਾ ਹੈ। ਪਰ ਸੱਚਾਈ ਇਹ ਹੈ ਕਿ ਉਹ ਸਮਝ ਗਿਆ ਕਿ ਪਰਮੇਸ਼ਰ ਦਾ ਸਾਦਾ ਕੰਮ ਠੀਕ ਹੈ, ਪਰ ਉਸਨੂੰ ਗਲਤ ਢੰਗ ਨਾਲ ਪੜ੍ਹਾਇਆ ਗਿਆ ਸੀ। ਮੱਤੀ 7:13 ਅਤੇ 15 ਦੇ ਵਿੱਚ ਤੰਗ ਦਰਵਾਜ਼ੇ ਦੇ ਨਾਲ ਦਾਖਲ ਹੋ। ਚੌੜਾ ਦਰਵਾਜ਼ਾ ਅਤੇ ਚੌੜਾ ਹੈ ਉਹ ਤਰੀਕਾ ਹੈ ਜਿਸ ਨਾਲ ਤਬਾਹੀ ਹੁੰਦੀ ਹੈ ਅਤੇ ਬਹੁਤ ਸਾਰੇ ਲੋਕ ਹਨ ਜੋ ਇਸ ਦੇ ਅੰਦਰ ਜਾਂਦੇ ਹਨ। ਕਿਉਂਕਿ ਤੰਗ ਦਰਵਾਜ਼ਾ ਹੈ ਅਤੇ ਮੁਸ਼ਕਿਲ ਹੈ ਉਹ ਰਸਤਾ ਜੋ ਉਸ ਦੀ ਅਗਵਾਈ ਕਰਦਾ ਹੈ ਜੀਵਨ ਲਈ, ਅਤੇ ਬਹੁਤ ਘੱਟ ਲੋਕ ਹਨ ਜੋ ਇਸ ਨੂੰ ਲੱਭਦੇ ਹਨ। ਦੋਸਤੋ, ਯਾਦ ਰੱਖੋ, ਕੁਝ ਸਨ ਕੇਵਲ 8 ਲੋਕ ਹੀ ਕਦਮ ਰੱਖ ਰਹੇ ਸਨ। ਨੂਹ ਦੇ ਦਿਨ ਬੇੜੀ ਵਿੱਚ ਵੜ ਕੇ ਬਚਾਇਆ ਗਿਆ। ਉਸ ਸਮੇਂ ਸੰਸਾਰ ਵਿੱਚ ਕੇਵਲ 8 ਹੀ ਲੋਕ ਬਚਾਏ ਗਏ। ਇਹ ਲਿਖਤ ਸਾਨੂੰ ਦੱਸਦੀ ਹੈ ਕਿ ਬਹੁਗਿਣਤੀ ਲੋਕਾਂ ਦੀ ਨਹੀਂ ਹੋਵੇਗੀ ਜੋ ਯਿਸੂ ਦੇ ਆਉਣ ਤੇ ਤਿਆਰ ਰਹਿਣ ਦੀ ਚੋਣ ਕਰਨਗੇ। ਮੱਤੀ 7:15 ਯਿਸੂ ਤੁਹਾਨੂੰ ਚੇਤਾਵਨੀ ਦਿੰਦਾ ਹੈ, ਝੂਠੇ ਪੈਗੰਬਰਾਂ ਤੋਂ ਸੁਚੇਤ ਰਹੋ ਜੋ ਭੇਡਾਂ ਦੇ ਕੱਪੜੇ ਪਾ ਕੇ ਤੁਹਾਡੇ ਕੋਲ ਆਉਂਦੇ ਹਨ ਪਰ ਅੰਦਰੋਂ ਉਹ ਭੇੜੀਏ ਹਨ। Ezekiel 22:25 ਉਸਦੇ ਪੈਗੰਬਰਾਂ ਦੀ ਸਾਜ਼ਿਸ਼ ਉਸਦੇ ਵਿਚਕਾਰ ਇੱਕ ਗਰਜਦੇ ਸ਼ੇਰ ਵਾਂਗ ਸ਼ਿਕਾਰ ਨੂੰ ਪਾੜ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਖਾ ਲਿਆ ਹੈ, ਉਹਨਾਂ ਨੇ ਖਜ਼ਾਨੇ ਅਤੇ ਕੀਮਤੀ ਚੀਜ਼ਾਂ ਲੈ ਲਈਆਂ ਹਨ। ਉਹਨਾਂ ਨੇ ਉਸਦੇ ਵਿਚਕਾਰ ਕਈ ਵਿਧਵਾਵਾਂ ਬਣਾਈਆਂ ਹਨ। ਦੋਸਤੋ, ਝੂਠੇ ਅਧਿਆਪਕ ਤੋਂ ਸੁਚੇਤ ਰਹੋ। ਮਨੁੱਖੀ ਸਿੱਖਿਆਵਾਂ ਨੇ ਲੋਕਾਂ ਨੂੰ ਝੂਠ ਦਾ ਲੰਗਰ ਲਾਇਆ ਹੈ ਅਤੇ ਉਹਨਾਂ ਨੂੰ ਸੱਚ ਦੀ ਤਲਾਸ਼ ਕਰਨ ਤੋਂ ਰੋਕ ਸਕਦੇ ਹਨ, ਕਿਉਂਕਿ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਕੋਲ ਕੇਵਲ ਹੀ ਇਸ ਦਾ ਮਾਲਕ ਹੈ। ਯਿਸੂ ਨੇ ਪਰੰਪਰਾ ਜਾਂ ਮਨੁੱਖਾਂ ਦੇ ਸਿਧਾਂਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਅਜਿਹੀਆਂ ਸਿੱਖਿਆਵਾਂ ਉਸਦੇ ਸੱਚ ਨੂੰ ਕਮਜ਼ੋਰ ਕਰਦੀਆਂ ਹਨ। ਮੱਤੀ 15:3-6-9 ਇਹ ਕਹਿੰਦਾ ਹੈ, ਤੁਸੀਂ ਵੀ ਕਿਉਂ ਉਲੰਘਣਾ ਕਰਦੇ ਹੋ ਤੁਹਾਡੀ ਪਰੰਪਰਾ ਅਨੁਸਾਰ ਪਰਮੇਸ਼ਰ ਦੇ ਹੁਕਮ ਦੀ। ਤੁਸੀਂ ਪਰਮੇਸ਼ਰ ਦਾ ਹੁਕਮ ਦਿੱਤਾ ਹੈ, ਤੁਹਾਡੀ ਪਰੰਪਰਾ ਦਾ ਕੋਈ ਅਸਰ ਨਹੀਂ ਹੈ। ਪਾਖੰਡੀ। ਇਹ ਇੱਕ ਮਜ਼ਬੂਤ ਸ਼ਬਦ ਹੈ ਜੋ ਯਿਸੂ ਤੋਂ ਆ ਰਿਹਾ ਹੈ ਕਿ ਈਸਾਇਆ
ਨੇ ਤੁਹਾਡੇ ਬਾਰੇ ਸਹੀ ਕਿਹਾ ਕਿ ਇਹ ਲੋਕ ਮੇਰੇ ਕੋਲ ਮੂੰਹ ਨਾਲ ਖਿੱਚਦੇ ਹਨ ਅਤੇ ਉਹਨਾਂ ਦੇ ਬੁੱਲ ਨਾਲ ਮੇਰਾ ਸਨਮਾਨ ਕਰਦੇ ਹਨ, ਪਰ ਇਹਨਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ ਅਤੇ ਉਹ ਮੇਰੀ ਪੂਜਾ ਕਰਦੇ ਹਨ, ਮਨੁੱਖਾਂ ਦੇ ਹੁਕਮਾਂ ਨੂੰ ਸਿਧਾਂਤਾਂ ਦੇ ਰੂਪ ਦੇ ਵਿੱਚ ਸਿਖਾਉਂਦੇ ਹਨ। ਅਤੇ ਪਰਮੇਸ਼ਵਰ ਤੁਹਾਨੂੰ ਕਦੇ ਵੀ ਕਿਸੇ ਚੀਜ਼ ਵਿੱਚ ਬਾਹਰ ਨਹੀਂ ਬੁਲਾਉਂਦਾ ਜਦ ਤੱਕ ਕਿ ਉਹ ਤੁਹਾਨੂੰ ਆਪਣੀ ਕਿਸੇ ਚੀਜ਼ ਵਿੱਚ ਬੁਲਾ ਨਾ ਰਿਹਾ ਹੋਵੇ। ਉਸ ਦਾ ਅਵਸ਼ੇਸ਼ ਆਖਰੀ ਦਿਨ ਬਾਈਬਲ ਦੇ ਵਿੱਚ ਰੱਖਣ ਦੀ ਲੋੜ ਚਰਚ ਜਾਂ ਅੰਦੋਲਨ ਕਿਹੋ ਜਿਹਾ ਦਿਖਾਈ ਦਿੰਦਾ ਹੈ। ਅਸੀਂ ਕੱਲ ਰਾਤ ਨੂੰ ਬਚੇ ਹੋਏ ਅਵਸ਼ੇਸ਼ਾਂ ਦਾ ਅਧਿਐਨ ਕਰਾਂਗੇ। ਯੀਸ਼ੂ ਦਾ ਇਸ਼ਾਰਾ ਹੈ, ਮੇਰੇ ਕੋਲ ਵਾਪਿਸ ਆ, ਮੇਰੀ ਸਰਲ ਸੱਚਾਈ ਦੇ ਵੱਲ। ਜੇ ਤੁਹਾਡੀ ਇੱਛਾ ਕਿਸੇ ਡਿੱਗੇ ਹੋਏ ਚਰਚ ਵਿੱਚ ਨਾ ਰਹਿਣ ਦੀ ਹੈ, ਯੀਸ਼ੂ ਤੁਹਾਨੂੰ ਹਿੰਮਤ ਦੇਵੇਗਾ ਤੇ ਬੈਬੀਲੋਨ ਤੋਂ ਬਾਹਰ ਆਉਣ ਦੀ ਸ਼ਕਤੀ ਵੀ, ਅਤੇ ਕੇਵਲ ਬਾਈਬਲ ਸੱਚ ਤੇ ਹੀ ਸਾਨੂੰ ਖੜੇ ਰੱਖਦੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਬਾਰੇ ਮੇਰੇ ਜੀਵਨ ਦੇ ਉਹ ਲੋਕ ਜਿਨ੍ਹਾਂ ਨੂੰ ਇਸ ਸੱਚ ਨੂੰ ਜਾਣਨ ਦੀ ਲੋੜ ਹੈ। ਦੋਸਤ, ਤੁਸੀਂ ਇੱਕ ਬਹੁਤ ਵੱਡਾ ਗਵਾਹ ਹੋਵੋਗੇ ਤੁਹਾਡੇ ਪਿਆਰਿਆਂ ਅਤੇ ਦੋਸਤਾਂ ਨੂੰ ਯੀਸ਼ੂ ਦੇ ਕਦਮਾਂ ਦੀ ਪਾਲਣਾ ਕਰਕੇ ਉਹਨਾਂ ਨਾਲ ਬੈਬੀਲੋਨ ਵਿੱਚ ਰਹਿਣ ਦੁਆਰਾ ਤੁਸੀਂ ਪਹਿਲਾਂ ਨਾਲੋਂ ਵਧੇਰੇ ਹੋ ਸਕਦੇ ਹੋ। ਫਿਰ ਤੁਸੀਂ ਹੋਰਨਾਂ ਨੂੰ ਜਾਨਵਰ ਦੇ ਨਿਸ਼ਾਨ ਬਾਰੇ ਕਿਵੇਂ ਚੇਤਾਵਨੀ ਦੇ ਸਕਦੇ ਹੋ ਜੋ ਤੁਸੀਂ ਐਤਵਾਰ ਨੂੰ ਉਹਨਾਂ ਨਾਲ ਪੂਜਾ ਕਰ ਰਹੇ ਹੋ। ਇਸ ਨੂੰ ਪਾਖੰਡੀ ਅਤੇ ਬੇਕਾਰ ਸਮਝਿਆ ਜਾਵੇਗਾ। ਯੀਸ਼ੂ ਨੇ ਖੁੱਲ੍ਹੇਆਮ ਕਿਹਾ ਹੈ ਕਿ ਉਸ ਕੋਲ ਕੀਮਤੀ ਹੈ ਭੇਡਾਂ ਜੋ ਅਜੇ ਉਸ ਦੇ ਖੇਤਰ ਦੇ ਨਹੀਂ ਹਨ, ਪਰ ਜਦੋਂ ਉਸ ਨੂੰ ਸੱਚ ਕਹਿੰਦੇ ਸੁਣਦੇ ਹਨ ਉਹ ਉਸ ਦਾ ਰਾਹ ਚੁਣਨਗੇ। ਅਸੀਂ ਹੁਣ ਇਸ ਸੀਮਾ ਵਿੱਚ ਹਾਂ, ਅਸੀਂ ਸੰਸਾਰ ਨੂੰ ਢਹਿ ਹੁੰਦੇ ਹੋਏ ਦੇਖ ਰਹੇ ਹਾਂ। ਪਰਮੇਸ਼ਰ ਦੀਆਂ ਭਵਿੱਖਬਾਣੀਆਂ ਸੱਚ ਹੋ ਰਹੀਆਂ ਹਨ। ਹੁਣ ਉਸ ਨੂੰ ਸੁਣਨ ਅਤੇ ਉਸ ਦੇ ਪਿੱਛੇ ਚੱਲਣ ਦਾ ਸਮਾਂ ਆ ਗਿਆ ਹੈ। ਫੈਸਲਾ ਕਰਨ ਬੈਠਣ ਦਾ ਸਮਾਂ ਨਹੀਂ ਬਚਿਆ। ਬੈਬੀਲੋਨ ਵਾੜ ਦੇ ਉੱਤੇ ਜਦੋਂ ਟੈਸਟ ਕਰਨ ਦਾ ਸਮਾਂ ਆਉਂਦਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਸ਼ਬਦ ਨੂੰ ਜਾਂ ਉਸ ਦੇ ਵਚਨ ਨੂੰ ਆਪਣਾ ਜੀਵਨ ਦਾ ਰਾਜ ਬਣਾਇਆ ਹੁੰਦਾ ਹੈ, ਜਿਵੇਂ ਗਰਮੀਆਂ ਵਿੱਚ ਹੁੰਦਾ ਹੈ, ਉਸ ਦਾ ਖੁਲਾਸਾ ਕੀਤਾ ਜਾਵੇਗਾ ਕਿ ਕੋਈ ਧਿਆਨਯੋਗ ਅੰਤਰ ਨਹੀਂ ਹੈ ਸਦਾਬਹਾਰ ਅਤੇ ਹਰ ਰੁੱਖਾਂ ਵਿਚਕਾਰ। ਪਰ ਜਦੋਂ ਸਰਦੀਆਂ ਦੇ ਧਮਾਕੇ ਆਉਂਦੇ ਹਨ, ਸਦਾਬਹਾਰ ਰਹਿੰਦਾ ਹੈ। ਜਦੋਂ ਕਿ ਹਰ ਰੁੱਖਾਂ ਨੂੰ ਉਹਨਾਂ ਦੇ ਪੱਤੇ ਪੁੱਟ ਦਿੱਤੇ ਜਾਂਦੇ ਹਨ, ਇਸ ਲਈ ਝੂਠਾ ਦਿਲ ਵਾਲਾ ਪ੍ਰੋਫੈਸਰ ਹੋ ਸਕਦਾ ਹੈ। ਹੁਣ ਅਸਲੀ ਈਸਾਈ ਤੋਂ ਨਿਖੇੜਾ ਨਾ ਕੀਤਾ ਜਾਵੇ, ਪਰ ਸਮਾਂ ਸਾਡੇ ਉੱਤੇ ਹੈ। ਅੰਤਰ ਕਦੋਂ ਸਪਸ਼ਟ ਹੋਵੇਗਾ? ਜਦੋਂ ਅਤਿਆਚਾਰ ਦਿਲ ਸ਼ੁਰੂ ਹੁੰਦਾ ਹੈ ਅਤੇ ਪਾਖੰਡੀ ਲੋਕ ਹਿਲ ਕੇ ਵਿਸ਼ਵਾਸ ਛੱਡਣਗੇ, ਪਰ ਸੱਚਾ ਈਸਾਈ ਚੱਟਾਨ ਦੇ ਰੂਪ ਦੇ ਵਿੱਚ ਦ੍ਰਿੜ ਰਹੇਗਾ। ਉਸ ਦਾ ਵਿਸ਼ਵਾਸ ਵਧੇਰੇ ਮਜ਼ਬੂਤ ਸੀ। ਉਸ ਦੀ ਆਸ ਖੁਸ਼ਹਾਲੀ ਦੇ ਦਿਨਾਂ ਨਾਲੋਂ ਵੀ ਜ਼ਿਆਦਾ ਚਮਕਦੀ ਹੈ। ਯਰਮਿਆ 6:16 ਪ੍ਰਭੂ ਇਹ ਕਹਿੰਦਾ ਹੈ, ਚੁਰਾਹੇ ਤੇ ਖੜੇ ਹੋ, ਦੇਖੋ ਅਤੇ ਦੇਖੋ, ਪੁਰਾਣੇ ਪ੍ਰਾਚੀਨ ਮਾਰਗਾਂ ਦੀ ਮੰਗ ਕਰੋ ਜਿੱਥੇ ਵਧੀਆ ਰਸਤਾ ਹੈ ਅਤੇ ਇਸ ਵਿੱਚ ਚੱਲੋ ਤੇ ਤੈਨੂੰ ਆਪਣੇ ਲਈ ਆਰਾਮ ਮਿਲ ਜਾਵੇਗਾ। ਇਸ ਲਈ ਜੇ ਤੁਸੀਂ ਅੱਜ ਰਾਤ ਕਿਸੇ ਚੁਰਾਹੇ ਤੇ ਖੜੇ ਹੋ ਸਕਦੇ ਹੋ ਕਿ ਤੁਸੀਂ ਬੈਬੀਲੋਨ ਤੋਂ ਬਾਹਰ ਆਵੋਗੇ ਅਤੇ ਪਰਮੇਸ਼ਰ ਦੇ ਤਰੀਕੇ ਦੀ ਚੋਣ ਕਰੋਗੇ। ਦੋਸਤੋ, ਕੀ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਵੱਲ ਐਂਕਰ ਕਰਨਾ ਚਾਹੁੰਦੇ ਹੋ, ਸੱਚਾਈ ਅਤੇ ਇਹ ਜਾਣਨ ਲਈ ਕਿ ਉਹ ਜਾਰੀ ਰਹੇਗਾ ਤੁਹਾਨੂੰ ਸਭ ਸੱਚਾਈ ਵਿੱਚ ਲੈ ਕੇ ਜਾਣ ਦੇ ਲਈ? ਆਓ ਫਿਰ ਮੇਰੇ ਨਾਲ ਪ੍ਰਾਰਥਨਾ ਕਰੋ। ਸਵਰਗ ਪਿਤਾ, ਮੈਂ ਪ੍ਰਾਰਥਨਾ ਕਰਦੀ ਹਾਂ ਅੱਜ ਰਾਤ ਹਰ ਦਿਲ ਵਿੱਚ ਇੱਕ ਵਿਸ਼ੇਸ਼ ਜਾਗ੍ਰਿਤੀ। ਪ੍ਰਭੂ, ਤੁਸੀਂ ਆਪਣੇ ਲੋਕਾਂ ਨੂੰ ਸੁਣਦੇ ਹੋ, ਉਹਨਾਂ ਦੀ ਚੀਖਾਂ ਨੂੰ ਸੁਣਦੇ ਹੋ। ਮੇਰੀ ਜ਼ਿੰਦਗੀ ਲੈ ਲਓ ਅਤੇ ਇਹ ਤੁਹਾਡੀ ਹੋਣ ਦਿਓ। ਮੈਂ ਇਹ ਸਭ ਤੁਹਾਨੂੰ ਦੇ ਰਹੀ ਹਾਂ ਅਤੇ ਇਹ ਸਭ ਕੁਝ ਜਦੋਂ ਸਾਨੂੰ ਜਾਪਦਾ ਹੈ ਸਾਡੇ ਆਲੇ ਦੁਆਲੇ ਢਹਿ ਹੋ ਰਿਹਾ ਹੁੰਦਾ ਹੈ, ਉਦੋਂ ਜਦੋਂ ਅਸੀਂ ਕੁਝ ਨਹੀਂ ਜਾਣਦੇ ਜਾਂ ਸਮਝ ਨਹੀਂ ਆਉਂਦੀ, ਅਸੀਂ ਜਾਣਦੇ ਹਾਂ ਕਿ ਅਸੀਂ ਤੁਹਾਡੇ ਕਰਕੇ ਇਕੱਲੇ ਨਹੀਂ ਹਾਂ। ਅਸੀਂ ਤੁਹਾਡੇ ਵਾਅਦਿਆਂ ਵਿੱਚ ਸ਼ਾਂਤ ਤੇ ਯਕੀਨੀ ਬਣੇ ਰਹਿ ਸਕਦੇ ਹਾਂ। ਤੁਸੀਂ ਹਮੇਸ਼ਾ ਸਾਡੇ ਪ੍ਰਤੀ ਵਫਾਦਾਰ ਹੋ ਰੱਬਾ। ਹਰ ਸਵਾਲ ਦੇ ਜਵਾਬ ਲਈ ਮੇਰੀ ਬਾਈਬਲ ਵੱਲ ਦੌੜਨ ਦੇ ਲਈ ਮੇਰੀ ਮਦਦ ਕਰੋ ਅਤੇ ਮੈਂ ਜਦੋਂ ਵੀ ਕੋਈ ਕਦਮ ਚੁੱਕਦੀ ਹਾਂ ਤੇ ਉਸ ਦੇ ਨਾਲ ਰਹੋ। ਤੁਸੀਂ ਮੇਰੇ ਸਾਹਮਣੇ ਅਤੇ ਮੇਰੇ ਪਿੱਛੇ ਹੋਵੋ ਅਤੇ ਹਰ ਡਰ ਵਿੱਚ ਜਿਸ ਦਾ ਮੈਂ ਸਾਹਮਣਾ ਕਰਦੀ ਹਾਂ ਜਾਂ ਕਰਦਾ ਹਾਂ, ਮੈਂ ਜਾਣਦੀ ਹਾਂ ਮੈਂ ਤੁਹਾਡੇ ਖੰਭਾਂ ਦੇ ਹੇਠ ਸੁਰੱਖਿਅਤ ਹਾਂ। ਤੁਸੀਂ ਮੈਨੂੰ ਬੰਬਲ-ਬੂਸੇ ਤੋਂ ਬਾਹਰ ਬੁਲਾ ਰਹੇ ਹੋ ਅਤੇ ਤੁਸੀਂ ਇੱਕ ਅਜਿਹੀ ਆਜ਼ਾਦੀ ਵਿੱਚ ਜਦੋਂ ਤੁਹਾਡੇ ਕੋਲੋਂ ਹੀ ਆਉਂਦੀ ਹੈ, ਤੁਸੀਂ ਮੈਨੂੰ ਆਪਣਾ ਜੀਵਨ ਦੇ ਦਿੱਤਾ। ਤੁਹਾਡੇ ਵਿੱਚ ਮੈਂ ਆਪਣੀ ਯੋਗਤਾ ਤੇ ਮੇਰੀ ਪਛਾਣ ਲੱਭ ਲਈ। ਮੈਂ ਇਹਨਾਂ ਚੀਜ਼ਾਂ ਨੂੰ ਆਪਣੇ ਦਿਲ ਵਿੱਚ ਪ੍ਰਾਰਥਨਾ ਕਰਦੀ ਹਾਂ, ਯੀਸ਼ੂ ਦੇ ਕੀਮਤੀ ਨਾਮ ਦੇ ਵਿੱਚ, ਆਮੀਨ। ਦੋਸਤੋ, ਕੀ ਪਵਿੱਤਰ ਆਤਮਾ ਇਸ ਸਮੇਂ ਤੁਹਾਡੇ ਦਿਲ ਤੇ ਕੰਮ ਕਰ ਰਹੀ ਹੈ ਕਿ ਤੁਸੀਂ ਆਪਣੇ ਆਪ ਬਾਰੇ ਸੋਚ ਰਹੇ ਹੋ, ਮੈਂ ਇਸ ਨੂੰ ਬਾਈਬਲ ਵਿੱਚ ਦੇਖਦੀ ਹਾਂ, ਪਰ ਮੈਂ ਇਸ ਨੂੰ ਕਿਵੇਂ ਜੀਵਾਂਗੀ? ਮੇਰੇ ਦੋਸਤ, ਜਦੋਂ ਤੁਸੀਂ ਸੱਚ ਦਾ ਵਚਨ ਦਿੰਦੇ ਹੋ ਤਾਂ ਯੀਸ਼ੂ ਰਾਹ ਬਣ ਜਾਂਦਾ ਹੈ। ਸਾਨੂੰ ਦੱਸੋ ਕਿ ਤੁਸੀਂ ਉਸ ਤੇ ਆਪਣਾ ਭਰੋਸਾ ਰੱਖਣ ਦਾ ਫੈਸਲਾ ਕੀਤਾ ਹੈ।
ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ। ਬਾਈਬਲ ਦੀ ਭਵਿੱਖਬਾਣੀ ਨੂੰ ਅਨਲੌਕ ਕਰਨ ਤੇ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਰਾਤ ਨੂੰ ਮੈਨੂੰ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਨ ਲਈ ਵਾਪਸ ਮਿਲੇ। ਉਸ ਦੇ ਆਖਰੀ ਦਿਨ ਦੀ ਚਰਚ ਜਾਂ ਉਸੀ ਬਾਕੀ ਸਾਰੇ ਲੋਕਾਂ ਜਿਸ ਤੋਂ ਅਸੀਂ ਪਛਾਣ ਕਰ ਸਕੀਏ। ਸਾਡਾ ਵਿਸ਼ਾ ਹੈ ਦਾ ਅਵਸ਼ੇਸ਼, ਸਿਰਲੇਖ ਹੈ। ਪਰਮੇਸ਼ਰ ਦਾ ਰਸਤਾ ਚੁਣੋ। ਚੰਗੀ ਰਾਤ ਦੋਸਤੋ।